ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਇਸ ਆਫ ਮਾਨਤਾ ਤੇ ਸਾਰਿਆਂ ਦਾ ਸਵਾਗਤ ਮੈਂ ਕਰਦਾ ਹੈਗਾ। ਮਨਦੀਪ ਸਿੰਘ ਅਮਰੀਕਾ ਤੋਂ। ਤੇ ਸਾਡਾ ਜਿਹੜਾ ਚੈਨਲ ਹੈ, ਇਹਦੇ ਉੱਤੇ ਅਸੀਂ ਧਾਰਮਿਕ ਵਿਚਾਰ ਅੱਜ ਕਰਨ ਜਾ ਰਹੇ ਹਾਂ। ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਹੈਗਾ ਮਨਾਉਣ ਜਾ ਰਹੇ ਹਾਂ। ਤੇ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਮਹਿਮਾਨ ਸਾਡੇ ਨਾਲ ਜੁੜੇ, ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਸਾਰਿਆਂ ਨੂੰ ਫਤਿਹ ਅਰਜ਼ ਕਰਦਾ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦੀ ਜਿਹੜੀ ਸ਼ਖਸੀਅਤ ਹੈ ਉਹ ਕਿਸੇ ਜਾਣਕਾਰੀ ਦੀ ਮੁਹਤਾਜ ਨਹੀਂ ਹੈ। ਬੜੇ ਕ੍ਰਾਂਤੀਕਾਰੀ ਵਿਚਾਰਕ ਤੇ ਬੜੇ ਸਮਾਜ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਉਣ ਵਾਲੇ ਭਗਤੀ ਲਹਿਰ ਦੇ ਮੋਢੀਆਂ ਦੇ ਵਿੱਚੋਂ ਇੱਕ ਭਗਤ ਕਬੀਰ ਜੀ ਦਾ ਨਾਮ ਹੁੰਦਾ ਹੈ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਭਗਤਾਂ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਜੀ ਦੀ ਹੈ, ਜਿਹਦੇ ਵਿੱਚ ਉਪਦੇਸ਼, ਅਧਿਆਤਮਿਕ ਉਪਦੇਸ਼ ਵੀ ਹੈ, ਜੋਸ਼ ਸੂਰਬੀਰਤਾ ਵਾਲੀ ਗੱਲ ਵੀ ਹੈ। ਜਿੱਦਾਂ ਮੈਂ ਸਵੇਰੇ ਵੀ ਪ੍ਰੋਗਰਾਮ ਸੁਣ ਰਿਹਾ ਸੀ, ਡਾਕਟਰ ਕਿਰਪਾਲ ਸਿੰਘ ਜੀ ਨੇ ਖਾਲਸੇ ਦਾ ਜਿਹੜਾ ਕੰਸੈਪਟ ਜਿਹੜੀ ਗੱਲ ਕਰੀ ਹੈਗੀ ਆ, ਭਗਤ ਕਬੀਰ ਜੀ ਦੀ ਬਾਣੀ ਤੋਂ ਹੀ ਜਿਹੜਾ ਹੈਗਾ ਸਟਾਰਟ ਹੋਇਆ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਖਾਲਸੇ ਦੀ ਨੀਮ ਦੀ ਜਿਹੜੀ ਗੱਲ ਹੈਗੀ ਆ, ਜਿਹੜਾ ਖਾਲਸਾ ਸ਼ਬਦ ਹੈ ਉਹ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਜਿਹੜਾ ਆਇਆ ਸੀ। ਇਸ ਕਰਕੇ ਅਸੀਂ ਇਹ ਜਿਹੜਾ ਪੁਰਬ ਜਿਹੜਾ ਮਨਾਉਣ ਜਾ ਰਹੇ ਹਾਂ। ਮੈਂ ਸਭ ਤੋਂ ਪਹਿਲਾਂ ਡਾਕਟਰ ਕਿਰਪਾਲ ਸਿੰਘ ਜੀ ਤੋਂ ਸ਼ੁਰੂਆਤ ਕਰੂੰਗਾ। ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਤੇ ਵਧਾਈ ਵੀ ਦੇਣ ਤੇ ਆਪਣੇ ਵਿਚਾਰਾਂ ਦੀ ਜਿਹੜੀ ਸ਼ੁਰੂਆਤ ਕਰਨ। ਡਾਕਟਰ ਕਿਰਪਾਲ ਸਿੰਘ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਨੂੰ ਬਹੁਤ ਬਹੁਤ ਮੁਬਾਰਕ ਹੋਵੇ, ਲੱਖ ਲੱਖ ਮੁਬਾਰਕ ਹੋਵੇ ਭਗਤ ਕਬੀਰ ਜੀ ਦੇ ਜਨਮ ਦਿਨ ਦੀ। ਤੇ ਉਹਦੇ ਬੜੇ ਸਿਰ ਕੱਢ ਸਾਡੇ ਭਗਤੀ ਲਹਿਰ ਦੇ ਜਿਹੜੇ ਹੈਗੇ ਨੇ ਨੁਮਾਇੰਦੇ ਨੇ। ਤੇ ਭਗਤ ਕਬੀਰ ਜੀ ਦਾ ਜਿਹੜੀ ਆਪਾਂ ਫਤਿਹ ਬੁਲਾਈ ਹੁਣ ਖਾਲਸਾ ਸ਼ਬਦ, ਉਹਨਾਂ ਦਾ ਹੀ ਪਹਿਲੀ ਵਾਰ ਜਿਵੇਂ ਤੁਸੀਂ ਅੱਗੇ ਦੱਸਿਆ ਯੂਜ਼ ਕੀਤਾ ਗੁਰਬਾਣੀ ਦੇ ਵਿੱਚ। ਆਪ ਦਾ ਜਨਮ ਜਲਾਹੇ ਪਰਿਵਾਰ ਦੇ ਵਿੱਚ ਹੋਇਆ, ਪਰ ਉਹਨਾਂ ਨੇ ਜਿਹਨੂੰ ਸ਼ਾਦੀ ਵੀ ਹੋਈ, ਬੱਚੇ ਵੀ ਸੀ ਉਹਨਾਂ ਦੇ, ਫਿਰ ਵੀ ਕਿਰਤ ਵੀ ਕਰਦੇ ਸੀ ਤੇ ਨਾਲ ਉਹਨਾਂ ਦਾ ਜਿਹੜਾ ਸੀ ਮਨ ਜੁੜਿਆ ਸੀ ਅਕਾਲ ਪੁਰਖ ਦੇ ਨਾਲ ਤੇ ਕਾਰੋਬਾਰ ਹੱਥ ਸੀਗਾ। ਤੇ ਉਹਨਾਂ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਵੀ ਅਸੀਂ ਆਪਣਾ ਨਾਮ ਜਪੀਏ, ਕਿਰਤ ਕਰੀਏ, ਬਣ ਸਕੀਏ। ਇਹੀ ਅਸੂਲ ਉਹਨਾਂ ਨੇ ਪ੍ਰਚਲਿਤ ਕੀਤੇ। ਪਰ ਅਨਫੋਰਚੂਨੇਟਲੀ ਉਹ ਜਿਹੜੇ ਹੈਗੇ ਨੇ ਅਸੂਲ, ਉਹਨਾਂ ਤੇ ਕੋਈ ਅਮਲ ਨਹੀਂ ਕਰ ਰਿਹਾ। ਉਹਨਾਂ ਦਾ ਜਿਹੜਾ ਹੈਗਾ ਫਿਰ ਦੁਬਾਰਾ ਲੋਕ ਜਿਹੜੇ ਨੇ ਕਹਿ ਤਾਂ ਛੱਡਦੇ ਨੇ ਆਪਣੇ ਆਪ ਨੂੰ ਵੀ ਅਸੀਂ ਕਬੀਰ ਫਾਲੋਅਰਸ ਆ ਜਾਂ ਨਹੀਂ, ਪਰ ਉਹ ਫਿਰ ਉਹੀ ਹਿੰਦੂ ਰੀਤ ਰਿਵਾਜੀ ਜਿਹੜੇ ਜਿਨ੍ਹਾਂ ਚ ਉਹਨਾਂ ਕੱਢਿਆ ਸੀ ਬਾਹਰ, ਉਹਦੇ ਚ ਮੁੜ ਕੇ ਚਲੇ ਗਏ। ਉਹੀ ਹਾਲ ਸਾਡੇ ਸਿੱਖਾਂ ਦੇ ਵਿੱਚ ਹੋ ਗਿਆ। ਜਿਨ੍ਹਾਂ ਕ੍ਰਿਤੀਆਂ ਚ ਰੋਕਿਆ ਸੀ ਮਹਾਰਾਜ ਨੇ, ਉਹੀ ਦੁਬਾਰਾ ਫਿਰ ਸ਼ੁਰੂ ਹੋ ਗਿਆ। ਸੋ ਸਾਨੂੰ ਲੋੜ ਆ ਕੇ ਰਲ ਮਿਲ ਕੇ ਅਸੀਂ ਦੋਨੇ ਹੀ ਕਬੀਰ ਪੰਥੀ, ਜਿਹੜੇ ਗੁਰੂ ਨਾਨਕ ਪੰਥੀ, ਸਾਰੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਸਾਂਝ ਪਾ ਕੇ ਇੱਕ ਅਕਾਲ ਪੁਰਖ ਦੀ ਪੂਜਾ ਵੱਲ ਲੱਗੀਏ ਤੇ ਸਮਾਜ ਭਲਾਈ ਦਾ ਜਿਹੜਾ ਹੈਗਾ ਚੱਕਣ ਚੱਕੀਏ, ਜਿਹੜਾ ਕਿ ਉਹਨਾਂ ਦਾ ਪਰਪਸ ਸੀ ਕਬੀਰ ਸਾਹਿਬ ਦਾ ਵੀ ਤੇ ਗੁਰੂ ਨਾਨਕ ਸਾਹਿਬ ਦਾ ਵੀ। ਤੇ ਉਹਦੇ ਤੇ ਫੁੱਲ ਚਾੜਨ ਦੇ ਲਈ ਆਈ ਥਿੰਕ the floor is open for discussion ਵੀ ਕਿਵੇਂ ਉਸਨੂੰ ਪ੍ਰੈਕਟੀਕਲ ਰੂਪ ਦਿੱਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਧਰਮ ਸਿੰਘ ਜੀ ਆਪਣੇ ਵਿਚਾਰ ਰੱਖਣਗੇ ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਤੇ ਉਹਨਾਂ ਦੇ ਜਨਮ, ਮਾਤਾ ਪਿਤਾ ਤੇ ਉਹਨਾਂ ਦੇ ਜੀਵਨ ਦੇ ਬਾਰੇ ਝਾਤ ਪਾ ਸਕਦੇ ਆ ਤੇ ਸ਼ੁਰੂਆਤ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦੇ ਜਨਮ ਦੇ ਬਾਰੇ, ਉਹਨਾਂ ਦੇ ਮੁੱਢਲੇ ਜੀਵਨ ਦੇ ਬਾਰੇ ਕਾਫੀ ਸਾਰੇ ਵਿਦਵਾਨਾਂ ਦੇ ਵਿੱਚ ਮਤਭੇਦ ਨੇ। ਵੱਖਰੇ ਵੱਖਰੇ ਲਿਖਾਰੀਆਂ ਨੇ ਵੱਖਰਾ ਵੱਖਰਾ ਕਈ ਕੁਛ ਲਿਖਿਆ ਹੋਇਆ। ਤੇ ਆਮ ਪ੍ਰਚਲਿਤ ਧਾਰਨਾ ਇਹ ਆ ਕਿ ਇਹਨਾਂ ਦੇ ਬਚਪਨ ਦੇ ਵਿੱਚ ਕੋਈ ਵੀ ਮਾਂ ਜਾਂ ਪਿਓ ਸੀਗੇ ਤੇ ਉਹਨਾਂ ਨੇ ਇਹਨਾਂ ਨੂੰ ਛੱਡ ਦਿੱਤਾ ਬਾਹਰ ਕਿਤੇ, ਤੇ ਉੱਥੋਂ ਨੀਰੂ ਨਾਂ ਦਾ ਜੁਲਾਹਾ ਤੇ ਉਹਦੀ ਘਰਵਾਲੀ ਜਿਹੜੀ, ਉਹਨਾਂ ਨੇ ਇਹਨਾਂ ਨੂੰ ਲੈ ਕੇ ਤੇ ਪਾਲਣਾ ਪੋਸ਼ਣਾ ਕੀਤੀ। ਤੇ ਉਹ ਮੁਸਲਮਾਨ ਜੁਲਾਹੇ ਸੀਗੇ। ਤੇ ਇਸ ਕਰਕੇ ਭਗਤ ਕਬੀਰ ਜੀ ਦੇ ਬਾਰੇ ਇਹ ਵੀ ਕਿ ਪਤਾ ਨਹੀਂ ਹੁਣ ਇਹਨਾਂ ਦਾ ਬਚਪਨ ਕਿਹਦੇ ਘਰ ਹੋਇਆ, ਕਿੱਦਾਂ ਹੋਇਆ। ਉਹਦੇ ਨਾਲ ਕਈ ਤਰ੍ਹਾਂ ਦੇ ਮੈਂ ਪੜ੍ਹ ਰਿਹਾ ਸੀਗਾ ਡਾਕਟਰ ਜੋਤ ਸਿੰਘ ਜੀ ਹੋਰਾਂ ਦੀ ਪੰਜਾਬੀ ਯੂਨੀਵਰਸਿਟੀ ਦੀ ਲਿਖੀ, ਤੋਂ ਇੰਨਾ ਕਨਫਿਊਜ਼ਨ ਆ ਵੱਖਰਾ ਵੱਖਰਾ। ਉਹਦਾ ਕਾਰਨ ਇਹ ਆ ਕਿ ਜਿਹੜੇ ਇਹ ਭਗਤ ਜੀ ਜਾਂ ਹੋਰ ਵੀ ਦੁਨੀਆ ਦੇ ਵਿੱਚ ਜਿਹੜੇ ਗਰੀਬ ਤਬਕੇ ਤੋਂ ਉੱਠ ਕੇ ਤੇ ਜਿਨ੍ਹਾਂ ਨੇ ਮਹਾਨਤਾ ਪ੍ਰਾਪਤ ਕੀਤੀ, ਉਹਨਾਂ ਦੇ ਬਚਪਨ ਦੇ ਬਾਰੇ ਬਹੁਤਾ ਕੁਝ ਨਹੀਂ ਜਾਣਿਆ ਜਾਂਦਾ ਹੁੰਦਾ। ਤੇ ਜਦੋਂ ਤੱਕ ਉਹਨਾਂ ਦੀ ਪ੍ਰਸਿੱਧੀ ਹੁੰਦੀ ਹੈ ਉਦੋਂ ਤੱਕ ਉਹਨਾਂ ਦੇ ਬਚਪਨ ਦੇ ਬਾਰੇ ਬਹੁਤੀ ਨਹੀਂ ਮਿਲਦੀ। ਪਰ ਜਿਹੜੀ ਭਗਤ ਕਬੀਰ ਜੀ ਦਾ ਜੋ ਜੀਵਨ, ਜੋ ਉਹਨਾਂ ਦੀ ਬਾਣੀ ਤੇ ਜਿਹੜੀ ਉਹਨਾਂ ਨੇ ਸੰਘਰਸ਼ ਕੀਤਾ
ਕਰਮ ਕਾਂਡਾਂ, ਜਾਤ ਪਾਤ, ਛੂਤ ਛਾਤ ਤੇ ਜਿੰਨੇ ਵਹਿਮ ਭਰਮ ਸੀਗੇ ਉਹ ਉਹਨਾਂ ਦੀ ਲਾਸਾਨੀ ਮਿਹਨਤ ਆ, ਸੰਘਰਸ਼ ਆ। ਤੇ ਉਹਦੇ ਵਿੱਚੋਂ ਅੱਜ ਵੀ ਐਵੇਂ ਲੱਗਦਾ ਜਦੋਂ ਭਗਤ ਕਬੀਰ ਜੀ ਦੀ ਬਾਣੀ ਪੜ੍ਹਦੀ ਆ ਕਿ ਸਾਡੇ ਵਿੱਚ ਸਾਨੂੰ ਭਗਤ ਕਬੀਰ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਵਿੱਚ ਕੋਈ ਅੰਤਰ ਨਹੀਂ ਲੱਗਦਾ। ਉਸੇ ਤਰ੍ਹਾਂ ਜਿਵੇਂ ਗੁਰੂ ਨਾਨਕ ਦੇਵ ਜੀ ਸਾਨੂੰ ਆਪਣੇ ਲੱਗਦੇ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਪੁਰਖਾਂ ਦੀ ਬਾਣੀ ਸਾਰੇ ਆਪਣੇ ਲੱਗਦੇ ਨੇ। ਤੇ ਗੁਰਮਤ ਦੇ ਅਨੁਸਾਰ ਉਹਨਾਂ ਦਾ ਪੂਰਾ ਜਿਹੜਾ ਮਿਲਦਾ ਆ। ਉਹਨਾਂ ਨੇ ਵੱਖਰੇ ਵੱਖਰੇ ਜਾਤ ਪਾਤ ਜਿਹੜੇ ਧਾਰਮਿਕ ਹੈਗੇ ਸੀਗੇ, ਕਈ ਤਰ੍ਹਾਂ ਦੇ ਲਾਲਚ, ਮੁਕਤੀ ਦਾ ਲਾਲਚ ਹੋਇਆ, ਵੱਖਰੇ ਵੱਖਰੇ ਜਿਹੜੇ ਸਥਾਨ ਬਣਾਏ ਹੁੰਦੇ ਆ, ਜਿਵੇਂ ਕੋਈ ਹੱਜ ਕਰਨ ਦੀ ਗੱਲ ਆ ਜਾਂ ਤੀਰਥਾਂ ਦੀ ਗੱਲ ਆ, ਉਹਨਾਂ ਸਾਰਿਆਂ ਦਾ ਹੀ ਉਹਨਾਂ ਨੇ ਖੰਡਨ ਕੀਤਾ ਹੋਇਆ ਤੇ ਜ਼ੋਰ ਦਿੱਤਾ ਇਸ ਗੱਲ ਤੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪਿਆਰ ਪਾਉਣਾ, ਉਹਨਾਂ ਦਾ ਸਿਮਰਨ ਕਰਨਾ, ਧਰਮ ਦੀ ਕਿਰਤ ਕਰਨੀ ਤੇ ਮਨੁੱਖਤਾ ਦੀ ਭਲਾਈ ਦਾ ਜੋ ਉਹਨਾਂ ਦਾ ਸਿਧਾਂਤ ਆ। ਹਾਂਜੀ ਭਾਈ ਮਨਦੀਪ ਸਿੰਘ ਜੀ, ਮੈਂ ਕਰਜ਼ ਕਰਨਾ, ਸਾਡੇ ਬਜਿੰਦਰ ਸਿੰਘ ਹੈਗੇ ਨੇ, ਉਹ ਕਬੀਰ ਪੰਥੀ ਪਰਿਵਾਰ ਦੇ ਵਿੱਚ ਨੇ, ਉਹਨਾਂ ਤੋਂ ਪੁੱਛੋ ਉਹਨਾਂ ਦੀ ਜੀਵਨੀ ਬਾਬਤ ਪਹਿਲਾ ਜਿਹੜਾ। ਹਾਂਜੀ, ਹੁਣ ਮੈਂ ਉਹਨਾਂ ਤੋਂ ਹੀ ਜਾ ਰਿਹਾ ਬਜਿੰਦਰ ਸਿੰਘ ਤੇ ਉਹਨਾਂ ਨੂੰ ਅਸੀਂ ਸਪੈਸ਼ਲ ਮੇਰੀ ਅੱਗੇ ਸ਼ਾਮੀ ਮੁਲਾਕਾਤ ਵੀ ਹੋਈ ਤੇ ਬੜੇ ਖੁਸ਼ ਹੋਏ। ਤੇ ਉਹਨਾਂ ਨੇ ਜਦੋਂ ਕਿਹਾ ਵੀ ਅਸੀਂ ਭਗਤ ਕਬੀਰ ਜੀ ਦਾ ਮਨਾਉਣ ਜਾ ਰਹੇ ਤੇ ਉਹਨਾਂ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਵੀ ਇਹ ਬਹੁਤ ਵਧੀਆ ਸਟੈਪ ਹੈਗਾ। ਤੇ ਉਸ ਕੋਲ ਪਹਿਲਾਂ ਤਾਂ ਕਨਫਿਊਜ਼ਡ ਸੀਗੇ ਵੀ ਸ਼ਾਇਦ ਇਹ ਪ੍ਰੋਗਰਾਮ ਹੋ ਚੁੱਕਾ ਤੇ ਉਹ ਸੌਰੀ ਮੰਗਣ ਲੱਗ ਪਏ। ਮੈਂ ਕਿਹਾ ਨਹੀਂ, ਅੱਜ ਅਸੀਂ ਰਾਤ ਦਾ ਇਹ ਪ੍ਰੋਗਰਾਮ ਰੱਖਿਆ ਹੋਇਆ ਤੇ ਅਸੀਂ मिलेंगे। विजेंद्र सिंह जी, आप अपने आप को जो है पहले तो जाहिर कीजिए और अब आप भगत कबीर जी के बारे में अपना विचार भी रखिए और हम सब खुशी भी ज़ाहिर करते हैं, आपको भी बधाई देते हैं और अपने विचार जो भगत कबीर जी के पढ़ाए हैं वो अपने विचार रखने की चेष्टा करें। जी, वाहेगुरु का खालसा, वाहेगुरु जी की फतेह। खालसा वाहेगुरु जी की फतेह। मैं बहुत शुक्रगुजार हूँ और मैं बधाई देता हूँ। आज कबीर साहब का जन्मदिन मनाने के लिए हम लोग इकट्ठे हुए हैं। सही मायने में अगर देखा जाए, हम लोग सबसे ज्यादा, मुझे आप कबीरपंथी कहें, मैं सिख परिवार का ही आदमी हूँ और मैं कोई भेद नहीं करता। दोनों संतों को मैं महानतम, बल्कि मैं गुरु नानक साहब के प्रति ज्यादा कृतज्ञ इसलिए हैं हम लोग कि उस परंपरा ने कबीर की वाणियों को बचा दिया जिसमें घालमेल किया जा रहा था और कबीर को वैष्णव धर्म और रामानंद का शिष्य घोषित किया जा रहा था और तमाम वो लोग षड्यंत्र जिस समय करने लगे हुए थे, उस समय गुरुओं ने कबीर साहब की वाणी को सुरक्षित रख करके कम से कम इतना कर दिया कि उसके बाद उसमें कोई घालमेल या मिलावट होना संभव नहीं था। इसलिए मेरे ख्याल से कि हर जो कबीर का फॉलोअर है, संतों का फॉलोअर है, उनको कृतज्ञ, उनको ग्रेटफुल होना चाहिए सिख मजहब की गुरुओं के प्रति। मैं जहाँ कबीर साहब की समाधि बनी हुई है मगहर में, उस क्षेत्र में मुझे एसपी और डीआईजी रहने को मौका मिला। तो और मैं उस परंपरा से था तो मैं आता जाता रहता था। तो मुझे ये पता चला कि वो समाधि 1450 में बनकर तैयार हुई और 2 साल उसे बनने में लगे। और जो जिसे मुस्लिम समाधि कहते हैं, उसको जो देखभाल आज भी करते हैं, वो परिवार एक मुस्लिम परिवार है, वो लोग कबीर शाह कहते हैं। और उनके पास कबीर की, जो उन्होंने मुझे बताया, जो कबीर की टोपी, कबीर की जो वो उनके परिवार में आज भी सुरक्षित है। और जब मुझे मालूम पड़ा वहाँ पंजाब के लोग, मेरे ख्याल से एसजीपीसी के लोग रहे होंगे, बहुत बड़ा गुरुद्वारा वहाँ बना रहे हैं। तो इतना जो सम्मान सिख गुरुओं ने दिया है और सिख फॉलोअर्स ने दिया है कबीर को, तो मेरे ख्याल से कबीर साहब के साथ साथ पूरा सिख समुदाय इसके बधाई का पात्र है। मेरे लोगों ने ये कहा, जबकि कि राम एक पद्म नाम के हुए हैं वैष्णव, उन्होंने करीब 1 दर्जन संत गिनाए हैं जो उन्होंने घोषित किया कि रामानंद के चेले थे। कुछ उसमें ऐसे थे जो उस समय के पैदा भी नहीं हुए थे, है ना। और वो जो समाधि है 1450 की बनी हुई है। ये गुरु ग्रंथ साहब में वाणियां लिखी गई हैं 1604 में। करीब 150 साल का अंतर आता है। 150 साल में भी कुछ ना कुछ घालमेल तो कर ही दिया गया होगा। तो इसलिए कबीर साहब को जैसे कहा उन्होंने कि रामानंद के चेले थे, अब कबीर कहते हैं कि ब्राह्मण गुरु है जगत का, संतों का गुरु ना है। सूरज के मर गया,
चारों वेदों में। हाँ जी। और फिर उनको ये कह दिया गया कि ये विधवा ब्राह्मणी से पैदा हुए। अब कबीर का एक ग्रंथ है बीजक, उसकी पहली रमणी में उन्होंने कहा कि नारी मोचित गर्भ प्रसूति, सब लोग नारी के गर्भ से पैदा हुए हैं। स्वांग धरे बहुत है करतूती, और ये नौटंकी कर रहा है कि ये ब्रह्मा जी के मुंह से पैदा हुआ है। आज भी ये नारी के गर्भ से ही पैदा हुआ देखा जाता है। तो जो पहली रमणी में जब कहते हैं नारी मोचित गर्भ प्रसूति, स्वांग धरे बहुत है करतूती, तैया हम तुम एक है लोहू, एक है प्राण व्याप है मोहू, एक है जनी जना संसारा, कौन ज्ञान से भया न्यारा। चैलेंज कर गया, ऐसा कौन सा तुम्हें ब्रह्म ज्ञान हो गया है कि तुम। तो इस तरह के ढोंग और पाखंड को कबीर ने ललकारा है। रैदास साहब ने कबीर के बारे में कहा है, जाके ईद बकर ईद कुल गौरे बधे, पूजे शेख सईद पीरा। जिसके घर में शेख सैयदों की मान्यता है, गाय की कुर्बानी भी होती है, उस घर में कबीर पैदा हुए हैं। धर्मदास उनके जो मध्य प्रदेश के शिष्य हैं, वो कहते हैं माँ तुर्कनी बाप जुलाहा। इसकी माँ तुर्क है, तुर्क का मतलब जो बाहर से मुसलमान आए हैं, जुलाहे वो लोग हैं जो कि यहाँ से कन्वर्ट हुए। माँ तुर्कनी बाप जुलाहा। तो जब बिल्कुल स्पष्ट संतों ने कहा है, लोगों ने ये बता दिया विधवा ब्राह्मणी से पैदा हुआ, तो किसी ने कहा कि भाई विधवा ब्राह्मणी कहाँ की थी, वो किस उम्र की थी, दक्षिण भारत से आई थी, उड़ीसा से आई थी, बंगाल से आई थी, वहां तो बहुत सती भेजी जाती थी। तो इस तरह से इतिहास में बड़ा घोलमाल किया गया है। और ये संतों के साथ में उनके जन्म से ही जब इतना घोलमाल कर दिया, घालमेल कर दिया गया, तो अब लोग तो ये समझते हैं। एक चीज और बड़ी मैं इंपॉर्टेंट बताना चाहता हूँ कि कबीर साहब ने गोरखनाथ की, गोरखपंथियों की, और जो सिद्ध हुए हैं 84 सिद्ध, जो बौद्ध सिद्ध हुए हैं, उनके बारे में जिक्र किया है बार बार। तो गोरखपंथी उस वक्त बौद्ध तो खत्म हो गया था, गोरखपंथी जिंदा थे। तो उन्होंने उनमें उन 84 में करीब करीब आधे से ज्यादा, कोई जुलाहा है, कोई मछुआरा है, कोई मतलब सब जिन्हें आप अनटचेबल या जिन्हें किसान मजदूर कहते हैं, उन लोगों में से, जिन्हें शूद्र अति शूद्र कहते हैं, उनमें पैदा थे। क्योंकि बौद्ध धर्म में कोई जाति पात का कोई माना भी नहीं जाता था, जैसे सिख धर्म में नहीं माना जाता। तो ये बहुत जो क्रांतिकारी लोग हैं, ये इन्होंने एक नया संदेश मानव जाति को दिया कि मानव जाति एक है। जो संदेश गुरु नानक साहब ने दिया कि मानव जाति एक है, एक कोई मूर्ति पूजा नहीं है, तौहीद, खुदा की कोई मूर्ति नहीं बना सकते ईश्वर की, एक ओंकार सदगुरु प्रणाम के प्रसाद कहा। तो और शब्द को गुरु माना, शब्द गुरु को कीजिए। तो ये सब मान्यताएं, ऐसा नहीं है कोई अलग अलग हो, ये घालमेल करके लोगों ने दीवारें खड़ी कर दी हैं। गुरुओं की वाणी तो एक है, गुरुओं ने सम्मान दिया है। और आज हमें सिख धर्म के लिए भी, सिख परंपरा के लिए बड़ा कृतज्ञ होना चाहिए कि कम से कम जो 150 साल में जो इन्होंने घालमेल कर दिया होगा, उसके बाद ये वाणियों में कोई मिलावट नहीं कर पाए लोग। तो जरूरत इस बात की है कि जो सच्चाई है, जिन लोगों ने अपने स्वार्थ में जो किया है, मंदिर मस्जिद की जो राजनीति करते हैं, या जो सांप्रदायिकता फैलाते हैं, या जिस जातिवाद के खिलाफ संतों ने आवाज उठाई, उस परंपराओं को, महान परंपराओं को आगे बढ़ाया जाए। मैं बस अपनी बात खत्म करता हूँ इतनी कह करके कि उन्होंने, कबीर ने कहा कि मंदिर तोड़े मस्जिद तोड़े, अरे कुछ भी तोड़ मजाका है, दिल न किसी का तोड़ यार, ये घर खास खुदा का है। तो मानव जाति की एकता का संदेश है, हम लोगों को, हम अपना श्रद्धा प्रकट करते हैं। धन्यवाद। थैंक यू। ऐसा है कि जब हम भाई गुरदास जी को देखते हैं ना, उनकी जो पौड़ियां हैं वो गुरबाणी की कुंजी कहलाती हैं, विजेंद्र जी। और बाबा रामानंद जी का एक शब्द साहिब श्री गुरु ग्रंथ साहिब में दर्ज है, बसंत राग में। और भगत कबीर जी के तकरीबन 251 शब्द, जो मेरी नॉलेज है, उनके सबसे ज्यादा जो शब्द जो है, भक्तों में सबसे ज्यादा शब्द जो है वो दर्ज हैं। और रामानंद जी की जो बात है, वहां पर भाई गुरदास जी यह उन्होंने की है। और उनसे प्रभावित होना जो है वो बात नहीं, ऐसी बात नहीं कहलाई जा सकती। मगर ऐसा है कि जो दैवी ज्ञान जो है भगत कबीर जी का था, वो बहुत कमाल का था, इसमें कोई शक वाली बात नहीं है। जैसे आपने बात की है कि कबीर
बामन गुरु है जगत का, भगतन का गुर नाहे, अर्ज उर्ज के पाचमुआ, चारों वेदों माए। जो 4 वेद में ही सिमट के रह गया वो दूसरों को शिक्षा क्या देगा। मैं भाई दिलबाग सिंह जी बलेर जी, तुसी जीवन ते सिक्ख्या दे उत्ते भगत कबीर जी दे झात पाउण दी कोशिश करो। ਸਾਰੇ ਸਰੋਤਿਆਂ ਨੂੰ ਅਤੇ ਸਾਰੇ ਬੁਲਾਰਿਆਂ ਨੂੰ ਵਾਇਸ ਆਫ ਮਾਨਵਤਾ ਦੇ ਇਸ ਮੰਚ ਤੋਂ ਮੈਂ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦੇ ਅੱਜ ਦੇ ਇਸ ਸ਼ੁਭ ਪਵਿੱਤਰ ਦਿਹਾੜੇ ਤੇ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਔਰ ਨਾਲ ਹੀ ਅੱਜ ਮੈਂ ਆਰੰਭ ਦੇ ਵਿੱਚ ਹੀ ਇਹ ਵੀ ਗੱਲ ਕਹਿੰਦਾ ਜਾਵਾਂਗਾ ਕਿ ਅੱਜ 25 ਜੂਨ ਦਾ ਦਿਨ ਹੈ, 11 ਹਾੜ ਹੈ। ਤੋਂ 25 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ ਸੀ, ਜਿਹੜੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਮਨਾਈ ਜਾਂਦੀ ਹੈ ਹਰ ਸਾਲ। ਤੋਂ ਸਨ 9 ਜੂਨ 1617 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਦਿੱਲੀ ਮਹਿਰੌਲੀ ਦੇ ਸਥਾਨ ਤੇ। 740 ਸਿੰਘਾਂ ਦੇ ਸਮੇਤ ਉਹਨਾਂ ਨੇ ਆਪਣੇ ਪੁੱਤਰ ਬਾਬਾ ਅਜੈ ਸਿੰਘ ਦੇ ਸਮੇਤ ਸ਼ਹਾਦਤ ਦਿੱਤੀ। ਅਸੀਂ ਉਹਨਾਂ ਨੂੰ ਵੀ ਸਿਜਦਾ ਕਰਦੇ ਹਾਂ ਕਿਉਂਕਿ ਦਿਹਾੜਾ ਵਿੱਚ। ਤੇ ਬਾਕੀ ਭਗਤ ਕਬੀਰ ਸਾਹਿਬ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਕਬੀਰ ਦਾ ਅਰਥ ਵੱਡਾ ਹੁੰਦਾ ਹੈ। ਕਬੀਰ ਦਾ ਅਰਥ ਵੱਡਾ ਕੀਤਾ ਗਿਆ ਹੈ, ਮਹਾਨ ਵੱਡਾ। ਪਰਮੇਸ਼ਰ ਨੂੰ ਵੀ ਕਬੀਰ ਹੀ ਕਿਹਾ ਗਿਆ ਹੈ ਬਾਣੀ ਦੇ ਵਿੱਚ। ਤਾਂ ਗੁਰੂ ਅਰਜਨ ਸਾਹਿਬ ਜੀ ਤੋਂ ਆਪਾਂ ਸ਼ੁਰੂਆਤ ਕਰਾਂਗੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਬਾਣੀ ਇਕੱਠੀ ਕੀਤੀ ਇਹਨਾਂ ਭਗਤਾਂ ਦੀ, ਤਾਂ 5ਵੇਂ ਸ਼ਰੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਨੇ ਜਦੋਂ ਇਸ ਬਾਣੀ ਨੂੰ ਅੰਕਿਤ ਕੀਤਾ, ਸੰਪਾਦਨਾ ਕੀਤੀ, ਤੇ ਸ਼ਾਇਦ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਸਤਿਕਾਰ ਨਾਲ ਬੋਲੇ ਜਾਣ ਵਾਲੇ, ਲਿਖੇ ਜਾਣ ਵਾਲੇ ਸ਼ਬਦ ਸਾਨੂੰ ਹੋਰ ਕਿਤੇ ਨਹੀਂ ਮਿਲਣਗੇ। ਜਦੋਂ ਵੀ ਕਿਸੇ ਵੀ ਭਗਤ ਦੀ ਇਕੱਲੇ ਕਬੀਰ ਸਾਹਿਬ ਜੀ ਦੀ ਗੱਲ ਹੀ ਨਹੀਂ ਹੈ, ਜਿਹੜੇ ਵੀ ਭਗਤ ਸਾਹਿਬ ਦੀ ਬਾਣੀ 15 ਭਗਤਾਂ ਦੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ, ਤਾਂ ਹਰ ਭਗਤ ਦੀ ਬਾਣੀ ਲਿਖਣ ਲੱਗਿਆਂ, ਦਰਜ ਕਰਨ ਲੱਗਿਆਂ ਹਜ਼ੂਰ ਨੇ ਸ਼ਬਦ ਵਰਤਿਆ ਬਾਣੀ ਭਗਤਾਂ ਕੀ, ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ। ਮਤਲਬ ਕਹਿਣ ਤੋਂ ਮੇਰਾ ਇਹ ਹੈ ਕਿ ਇੰਨੇ ਸਨਮਾਨ ਦੇ ਨਾਲ ਸਤਿਗੁਰੂ ਪਾਤਸ਼ਾਹ ਨੇ ਇਹਨਾਂ ਦੇ ਕਿਰਤ ਨੂੰ, ਸ਼ਬਦਾਂ ਨੂੰ ਦਰਜ ਕੀਤਾ ਹੈ। ਇਹ ਇੱਕ ਹੱਕ ਸੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਇਹਨਾਂ ਭਗਤਾਂ ਨੂੰ ਸਦਾ ਵਾਸਤੇ ਆਪਣੇ ਦਿਲ ਵਿੱਚ, ਆਪਣੇ ਸੀਨੇ ਦੇ ਵਿੱਚ, ਸ਼ਬਦ ਦੇ ਇਸ ਖਜ਼ਾਨੇ ਦੇ ਵਿੱਚ ਦਿੱਤਾ ਹੈ। ਸੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਸਾਰੇ ਭਗਤਾਂ ਦੀ ਗੱਲ ਕਰਦੇ ਨੇ ਤੇ ਉਹਨਾਂ ਭਗਤਾਂ ਦੇ ਵਿੱਚੋਂ ਜਦੋਂ ਕਬੀਰ ਸਾਹਿਬ ਜੀ ਦੇ ਪ੍ਰਥਾਏ ਆਪਾਂ ਸਾਹਿਬ ਦੇ ਬੋਲ ਸਰਵਣ ਕਰਦੇ ਹਾਂ ਤਾਂ ਮਹਾਰਾਜ ਸਾਹਿਬ ਕਹਿੰਦੇ ਨੇ ਬੁਣਨਾ ਤਨਣਾ ਤਿਆਗ ਕੈ। ਕਿ ਬੁਣਨਾ ਤਨਣੇ ਦਾ ਅਰਥ ਕੀ ਹੈ ਕਿ ਕਬੀਰ ਸਾਹਿਬ ਜੀ ਆਪਣੇ ਕੱਪੜੇ ਬੁਣਨ ਦਾ ਕੰਮ ਕਰਦੇ ਸਨ। ਉਹਨਾਂ ਦਾ ਪਿਛੋਕੜ ਬਨਾਰਸ ਤੋਂ ਦੱਸਿਆ ਜਾਂਦਾ ਹੈ। ਕਹਿਣ ਤੋਂ ਭਾਵ ਹੈ ਕਿ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ, ਇਸ ਗੱਲ ਦਾ ਸਾਰਿਆਂ ਨੂੰ ਆਪਾਂ ਨੂੰ ਸਪਸ਼ਟ ਪਤਾ ਹੈ। ਪਰ ਕਿਰਤ ਜਿਹੜੀ ਹੈ ਉਹਨੂੰ ਮਹਾਨਤਾ ਦਿੱਤੀ ਗਈ ਹੈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ। ਮਿਹਨਤ ਨੂੰ, ਕਿਰਤ ਨੂੰ ਥਾਂ ਦਿੱਤਾ ਗਿਆ। ਇਹੀ ਕਾਰਨ ਹੈ ਕਿ ਸਿੱਖ ਧਰਮ, ਅੱਜ ਸਿੱਖ ਕੌਮ ਬੜੀ ਮਿਹਨਤੀ ਤੇ ਮਾਰਸ਼ਲ ਕੌਮ ਹੈ ਦੁਨੀਆ ਭਰ ਦੇ ਅੰਦਰ। ਤਾਂ ਹੀ ਅੱਜ ਸਿੱਖਾਂ ਦਾ ਬੋਲਬਾਲਾ ਹੈ। ਅਸੀਂ ਲੰਗਰ ਲਗਾਉਂਦੇ ਆ, ਗੁਰਦੁਆਰਿਆਂ ਦੇ ਵਿੱਚੋਂ ਹਰ ਤਰ੍ਹਾਂ ਦੀ ਸਹੂਲਤ ਦਿੰਦੇ ਆ। ਉਹਦਾ ਕਾਰਨ ਕੀ ਹੈ ਕਿ ਸਾਨੂੰ ਗੁਰੂ ਬਾਬੇ ਨੇ ਕਿਰਤੀ ਤੇ ਗ੍ਰਿਸ਼ਤੀ ਬਣਾਇਆ ਹੈ। ਤੇ ਭਗਤਾਂ ਦੀ ਬਾਣੀ ਜਿਹੜੀ ਸਾਡੀ ਪ੍ਰੇਰਨਾ ਸਰੋਤ ਹੈ ਸਾਡੇ ਵਾਸਤੇ, ਸਦਾ ਹੀ ਪੜ੍ਹਨ ਨੂੰ ਅਸੀਂ ਰੋਜ਼ ਲਾਹਾ ਲੈਂਦੇ ਆ। ਇਹ ਭਗਤ ਸਾਹਿਬ ਦੀ ਬਾਣੀ ਵੀ ਤਾਂ ਹੀ ਸਾਡੇ ਕੋਲ ਗੁਰੂ ਸਾਹਿਬਾਂ ਨੇ ਲੈ ਕੇ ਆਂਦੀ ਹੈ। ਭਗਤਾਂ ਦੀ ਬਾਣੀ, ਕਬੀਰ ਸਾਹਿਬ ਜੀ ਦੀ ਗੱਲ ਆਪਾਂ ਕਰ ਰਹੇ ਹਾਂ ਕਿਉਂਕਿ ਉਹ ਖੁਦ ਗ੍ਰਿਸ਼ਤੀ ਤੇ ਕਿਰਤੀ ਸਨ। ਮੈਂ ਪਹਿਲੀ ਗੱਲ ਕਹਾਂਗਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਇੰਨਾ ਇਨਸਾਫ ਕੀਤਾ ਹੈ ਮਨੁੱਖਤਾ ਦੇ ਨਾਲ ਕਿ ਜਿਨ੍ਹਾਂ ਨੂੰ ਸਾਡੇ ਰੋਲ ਮਾਡਲ ਬਣਾਇਆ ਹੈ ਨਾ ਸੰਗਤ ਜੀ, ਉਹ ਰੋਲ ਮਾਡਲ ਵੀ ਗ੍ਰਿਸ਼ਤੀ ਤੇ ਕਿਰਤੀ ਸਨ। ਕੋਈ ਵਿਹਲੜ ਸਾਧ ਨਹੀਂ ਸਨ, ਕੋਈ ਵਿਹਲੜ ਲੀਡਰ ਲੋਕ ਨਹੀਂ ਸਨ, ਕੋਈ ਹਾਕਮ ਜਮਾਤ ਨੂੰ ਨਹੀਂ ਗੁਰੂ ਸਾਹਿਬ ਨੇ ਮਸ਼ਹੂਰ ਕੀਤਾ ਤੇ ਅੱਗੇ ਲਿਆਂਦਾ। ਸਿਰਫ ਸਤਿਗੁਰੂ ਨੇ ਗ੍ਰਿਸ਼ਤੀਆਂ ਤੇ ਕਿਰਤੀਆਂ ਨੂੰ ਪਹਿਲ ਦਿੱਤੀ ਹੈ। ਤਾਂ ਸਾਹਿਬ ਕਹਿੰਦੇ ਨੇ ਬੁਣਨਾ ਤਨਣਾ ਤਿਆਗ ਕੈ। ਮਹਾਰਾਜ ਕਹਿੰਦੇ ਕਿ ਬੁਣਨਾ ਤੇ ਤਨਣਾ ਤਿਆਗ ਕੇ। ਫਿਰ ਇਸੇ ਸ਼ਬਦ ਦੇ ਵਿੱਚ ਅਗਲੀ ਪੰਕਤੀ ਵਰਤਦੇ ਨੇ, ਕਹਿੰਦੇ ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ। ਮੈਂ ਵਿੱਚੋਂ ਪੰਕਤੀ ਬੋਲ ਗਿਆ ਕਿ ਭਾਵੇਂ ਉਹਨਾਂ ਦੀ ਜਾਤ ਅਖੌਤੀ ਸਮਾਜ ਦੇ ਜਿਹੜੇ ਲੋਕ ਸਨ, ਉਹਨਾਂ ਨੇ ਕਿਹਾ ਛੋਟੀ ਹੈ, ਇਹ ਨੀਚ ਲੋਕ ਨੇ, ਪਰ ਗੁਰੂ ਸਾਹਿਬ ਨੇ ਇੰਨਾ ਮਾਣ ਦਿੱਤਾ, ਕਹਿਣ ਲੱਗੇ ਭਇਓ ਗੁਣੀ ਗਹੀਰਾ। ਕਬੀਰ ਸਾਹਿਬ ਗੁਣਾਂ ਦਾ ਖਜ਼ਾਨਾ ਸਨ।
ਕਿਉਂਕਿ ਪਰਮੇਸ਼ਰ ਦੀ ਭਗਤੀ ਕਰਦੇ ਸਨ। ਮੈਂ ਅਗਲੀ ਇਹਦੇ ਨਾਲ ਹੀ ਬੇਨਤੀ ਸਾਂਝੀ ਕਰਦਿਆਂ ਕਿ ਕਬੀਰ ਸਾਹਿਬ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਦਰਸ਼ਕੋ, ਤਾਂ ਉਹਨਾਂ ਦੀ ਬਾਣੀ ਦੇ ਵਿੱਚੋਂ ਇਹ ਜਿੱਥੇ ਪਿਆਰ ਦੇ ਸ਼ਬਦ ਮਿਲਦੇ ਨੇ, ਵੈਰਾਗ ਦੇ ਸ਼ਬਦ ਮਿਲਦੇ ਨੇ, ਜਿੱਥੇ ਗਿਆਨ ਭਰਪੂਰ ਉਹਨਾਂ ਦੇ ਬਚਨ ਆਪਾਂ ਪੜ੍ਹਦੇ ਹਾਂ, ਉੱਥੇ ਸਮੇਂ ਦੇ ਹਾਕਮ ਨੂੰ ਤੇ ਪੁਜਾਰੀ ਨੂੰ, ਕਿਉਂਕਿ ਇੱਕ ਗੱਲ ਸਪਸ਼ਟ ਵਿਦਵਾਨ ਨੇ ਕਹੀ ਹੈ, ਉਹ ਕਹਿੰਦਾ ਕਿ ਪੁਜਾਰੀ ਸਰਕਾਰੀ ਇਹ ਜਦੋਂ ਆਪਸ ਵਿੱਚ ਮਿਲ ਜਾਂਦੇ ਨੇ, ਪੁਜਾਰੀ ਤੋਂ ਭਾਵ ਹੈ ਬ੍ਰਾਹਮਣ ਪਿੱਪਰ ਮਨੂਵਾਦ ਦੀ ਸੋਚ, ਤੇ ਸਰਕਾਰੀ ਤੋਂ ਭਾਵ ਹੈ ਹਾਕਮ ਜਮਾਤ, ਤੇ ਉਹ ਕਹਿੰਦਾ ਕਿ ਜਦੋਂ ਇਹ ਮਿਲ ਜਾਂਦੇ ਨੇ ਤੇ ਫਿਰ ਮਨੁੱਖਤਾ ਦਾ ਘਾਣ ਹੁੰਦਾ ਹੈ। ਤਾਂ ਦੇਖੋ ਧਿਆਨ ਦੇਣਾ, ਕਬੀਰ ਸਾਹਿਬ ਨੇ ਵੰਗਾਰਿਆ, ਚੈਲੰਜ ਕੀਤਾ। ਪਹਿਲਾਂ ਸਭ ਤੋਂ ਇਹਨਾਂ ਨੇ ਮਨੂਵਾਦੀ ਸੋਚ ਵਾਲੇ ਪੁਜਾਰੀ ਨੂੰ ਵੰਗਾਰਦਿਆਂ ਕਿਹਾ ਕਿ ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ। ਕਹਿੰਦੇ ਤੂੰ ਦੁਨੀਆ ਨੂੰ ਤਾਂ ਮਤਲਬ ਕਿ ਬੇਵਕੂਫ ਬਣਾ ਸਕਦਾ ਹੈ, ਦੁਨੀਆ ਨੂੰ ਤਾਂ ਤੂੰ ਠੱਗ ਸਕਦਾ ਹੈ, ਪਰ ਭਗਤਾਂ ਦੇ ਸਾਹਮਣੇ ਤੇਰੀ ਇਹ ਸੋਚ ਦੀ ਪੇਸ਼ ਨਹੀਂ ਜਾਏਗੀ, ਕਿਉਂਕਿ ਅਸੀਂ ਰੱਬ ਦੀ ਖੁਦਾ ਦੀ ਇਬਾਦਤ ਕਰਦੇ ਹਾਂ, ਵਾਹਿਗੁਰੂ ਦੇ ਨਾਲ ਜੁੜੇ ਹੋਏ ਆ। ਕਹਿਣ ਲੱਗੇ ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ, ਅਰਧ ਉਰਜ ਕੇ ਪਚ ਮੁਆ ਚਾਰੋਂ ਬੇਤੋਮਾ ਹੈ। ਕਹਿੰਦੇ ਤੂੰ ਤਾਂ ਬਸ ਇਹ ਝੂਠ ਦੀਆਂ ਗੱਲਾਂ ਦੇ ਵਿੱਚ ਹੀ, ਮਤਲਬ ਆਪਣੇ ਹੰਕਾਰ ਦੇ ਵਿੱਚ ਹੀ ਸਦਾ ਵਾਸਤੇ ਡੁੱਬਿਆ ਹੋਇਆ ਹੈ। ਤਾਂ ਇਹ ਵੀ ਨਾਲ ਹੀ ਕਬੀਰ ਸਾਹਿਬ ਨੇ ਬਚਨ ਆਪਣੀ ਬਾਣੀ ਦੇ ਵਿੱਚ ਕਿਹਾ ਸੀ ਕਿ ਹਮ ਕਤ ਲੋਹੂ ਤੁਮ ਕਤ ਦੂਧ। ਕਹਿਣ ਲੱਗੇ ਸਾਡੇ ਵਿੱਚ ਕੀ ਲਹੂ ਹੈ ਤੇ ਤੇਰੇ ਵਿੱਚ ਸਰੀਰ ਵਿੱਚ ਦੁੱਧ ਹੈ। ਤੇ ਨਾਲ ਉਹਨਾਂ ਨੇ ਇਹ ਚੈਲੰਜ ਇਹ ਕੀਤਾ ਸੀ ਕਿ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਕਿ ਤੁਸੀਂ ਕਦੋਂ ਦੇ ਬ੍ਰਾਹਮਣ ਹੋ ਗਏ ਤੇ ਅਸੀਂ ਕਦੋਂ ਦੇ ਸ਼ੂਦਰ ਬਣ ਗਏ। ਮਤਲਬ ਕਿ ਜਦੋਂ ਸਰੀਰ ਦੀ ਰਚਨਾ ਪੰਜ ਤੱਤ ਦੀ ਹੈ, ਜਦੋਂ ਪਰਮੇਸ਼ਰ ਜਨਮ ਸਾਰਿਆਂ ਨੂੰ ਬਰਾਬਰ ਦਿੰਦਾ ਹੈ, ਧਰਤੀ ਤੇ ਰਹਿਣ ਸਹਿਣ ਦੇ ਹੱਕ ਹਕੂਕ ਬਰਾਬਰ ਦਿੰਦਾ ਹੈ, ਤਾਂ ਇਹ ਵੰਗਾਰ ਸੀ ਕਬੀਰ ਸਾਹਿਬ ਦੀ ਸਮੇਂ ਦੇ ਹਾਕਮ ਨੂੰ, ਹਕੂਮਤ ਨੂੰ ਵੀ, ਤੇ ਸਮੇਂ ਦੀ ਮਨੂਵਾਦੀ ਸੋਚ ਵਾਲੇ ਉਸ ਪੁਜਾਰੀ ਲਾਣੇ ਨੂੰ ਵੀ ਵੰਗਾਰਿਆ। ਸਦੀਆਂ ਤੋਂ ਲਲਕਾਰਦੇ ਤੇ ਵੰਗਾਰਦੇ ਆ ਰਹੇ ਨੇ ਕਬੀਰ ਸਾਹਿਬ ਦੇ ਇਹ ਬੋਲ ਨੇ, ਗਗਨ ਦਮਾਮਾ ਬਾਜਿਓ ਪਰ ਉਹ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਝਣ ਕੋ ਦਾਓ। ਕਹਿਣ ਤੋਂ ਭਾਵ ਮੈਂ ਅਖੀਰ ਤੇ ਕਹਾਂਗਾ ਕਿ ਕਬੀਰ ਸਾਹਿਬ ਦੀ ਬਾਣੀ ਸੂਰਮੇ ਬਣਾਉਂਦੀ ਹੈ, ਯੋਧੇ ਬਣਾਉਂਦੀ ਹੈ। ਜਿਹੜੀ ਸੂਰਮੇ ਤੇ ਯੋਧੇ ਦੀ ਨਿਸ਼ਾਨੀ ਇਹ ਨਹੀਂ ਹੁੰਦੀ ਕਿ ਉਹ ਕੱਲਾ ਮੈਦਾਨੇ ਜੰਗ ਤੇ ਹਥਿਆਰ ਪਹਿਨਣ ਵਾਲਾ ਹੀ ਹੁੰਦਾ ਹੈ, ਜਿਹਦੀ ਸੋਚ ਦੇ ਵਿੱਚ, ਜਿਹਦਿਆਂ ਬੋਲਾਂ ਦੇ ਵਿੱਚ ਸੱਚ ਹੋਵੇ, ਜਿਹਦਿਆਂ ਬੋਲਾਂ ਦੇ ਵਿੱਚ ਅਣਖ ਗੈਰਤ ਹੋਵੇ, ਤੇ ਜੋ ਹੱਕ ਸੱਚ ਦੀ ਜ਼ਿੰਦਗੀ ਬਤੀਤ ਕਰਦਾ ਹੋਵੇ, ਭਗਤ ਕਬੀਰ ਸਾਹਿਬ ਨੇ ਉਸ ਨੂੰ ਸੂਰਮਾ ਕਿਹਾ ਹੈ, ਉਸ ਨੂੰ ਯੋਧਾ ਕਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਿਲਕੁਲ ਸਿਧਾਂਤ ਉਹਨਾਂ ਦੇ ਮੇਲ ਖਾਂਦੇ ਨੇ। ਜਿਵੇਂ ਬਾਬਾ ਜੀ ਨੇ ਕਿਹਾ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੈ ਸਰਦੀਜੈ ਕਾਣ ਨਾ ਕੀਜੈ। ਤੇ ਉਧਰ ਕਬੀਰ ਸਾਹਿਬ ਦੋਵੇਂ ਬਰਾਬਰ ਸ਼ਲੋਕਾਂ ਦੇ ਵਿੱਚ ਕਹਿ ਰਹੇ ਨੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਝਣ ਕੋ ਦਾਓ। ਸੋ ਕਿੰਨੀ ਸਿਧਾਂਤਾਂ ਦੀ ਮੇਲਤਾ ਹੈ ਆਪਸ ਵਿੱਚ। ਸੋ ਮੈਂ ਕਬੀਰ ਸਾਹਿਬ ਦੇ ਅੱਜ ਦੇ ਦਿਹਾੜੇ ਤੇ ਉਹਨਾਂ ਦੇ ਸਿਧਾਂਤਾਂ ਨੂੰ ਸਾਹਮਣੇ ਰੱਖ ਕੇ ਗੱਲ ਕੀਤੀ ਹੈ, ਆਪ ਜੀ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਜ਼ਿਹਨ ਦੇ ਵਿੱਚ ਇੱਕ ਸ਼ਬਦ ਆਇਆ ਹੈਗਾ ਭੈਰੋ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ, ਗੰਗਾ ਕੈ ਸੰਗ ਸਲਿਤਾ ਬਿਗਰੀ ਸੋ ਸਲਿਤਾ ਗੰਗਾ ਹੋਏ ਨੀ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਜ ਪਇਓ ਅਨ ਕਤੇ ਨ ਜਾਈ। ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੈ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗੜਿਓ ਸੋ ਕਬੀਰ ਰਾਮੈ ਹੋਏ ਨਿਬਰਿਓ। ਇਹ ਹੈ ਕਬੀਰ ਦੀ ਅਵਸਥਾ, ਬੜੀ ਕਮਾਲ ਦੀ। ਕਹਿੰਦੇ ਵੀ ਚੰਦਨ ਦੇ ਨਾਲ ਜਿਹੜੀ ਚੀਜ਼ ਹੋ ਜਾਂਦੀ ਨਾ, ਚੰਦਨ ਉਹਨੂੰ ਆਪਣੀ ਸੁਗੰਧੀ ਦੇ ਕੇ ਉਹਨੂੰ ਆਪਣੇ ਵਰਗਾ ਬਣਾ ਲੈਂਦਾ। ਫਿਰ ਜੇ ਇੱਥੇ ਗੰਗਾ ਦੀ ਗੱਲ ਹੁੰਦੀ, ਕਹਿੰਦੇ ਗੰਗਾ ਦੇ ਵਿੱਚ ਸਰਸਵਤੀ ਮਿਲ ਗਈ ਤੇ ਉਹ ਜਿਹੜੀ ਸਰਸਵਤੀ ਉਹ ਗੰਗਾ ਦਾ ਰੂਪ ਹੀ ਹੋ ਗਈ। ਇਹ ਤੋਂ ਇਲਾਵਾ ਜਿੰਨੀਆਂ ਵੀ ਉਦਾਹਰਨਾਂ ਦਿੱਤੀਆਂ, ਕਹਿੰਦੇ ਪਾਰਸ ਦਾ ਜਿਹੜਾ ਸੀਗਾ, ਪਾਰਸ ਜਿਹਦੇ ਨਾਲ 8 ਧਾਤਾਂ ਦੇ ਨਾਲ ਲੱਗਦਾ ਤੇ ਕਹਿੰਦੇ ਸੋਨਾ ਬਣ ਜਾਂਦਾ। ਇਸ ਤਰ੍ਹਾਂ ਕਹਿੰਦੇ ਵੀ ਸਾਧੂਆਂ ਸੰਤਾਂ ਦੀ ਸੰਗਤ ਕਰਕੇ, ਉਹਨਾਂ ਦਾ ਚੰਗੇ ਇਨਸਾਨਾਂ ਦਾ ਪ੍ਰਭਾਵ ਲੈ ਕੇ ਕਬੀਰ ਜਿਹੜਾ ਹੈਗਾ ਉਹਨਾਂ ਵਰਗਾ ਬਣ ਗਿਆ। ਕਿਉਂਕਿ ਇਹ ਗੱਲਾਂ ਹੁੰਦੀਆਂ ਹੈਗੀਆਂ ਜਦੋਂ ਬਿਲਾਵਲ ਦੀ ਬਾਣੀ ਪੜ੍ਹਦੇ ਆ ਤੇ ਮਾਂ ਜਿਹੜੀ ਹੈ ਕਬੀਰ ਦੀ, ਉਹ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਹੈ ਕਿ ਹਮਾਰੇ ਕੁਲ ਕੋਨੇ ਰਾਮ ਕਹਿਓ, ਜਬਕਿ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਪਇਓ। ਇੱਕ ਆਪਣੇ ਘਰ ਦਾ ਵੀ ਨਕਸ਼ਾ ਖਿੱਚਿਆ, ਕਿਉਂਕਿ ਹਰ ਕੋਈ ਇਨਸਾਨ ਜਿਹੜਾ ਹੈਗਾ ਨਾ, ਇਹ ਚਾਹੁੰਦਾ ਹੈ ਕਿ ਇਨਸਾਨ ਨੀਤੀਵਾਨ ਚੰਗਾ ਬਣੇ, ਮਗਰ ਕੋਈ ਧਾਰਮਿਕ ਤੌਰ ਦੇ ਉੱਤੇ ਇੰਨਾ ਅੱਗੇ ਗਹਿਰ ਆ ਜਾਵੇ,
ਉੱਥੇ ਵੀ ਉਹਦੇ ਪਰਿਵਾਰ ਦੇ ਜਿਹੜੇ ਹੈਗੇ ਜੀ ਪਰੇਸ਼ਾਨ ਹੋ ਜਾਂਦੇ ਕਈ ਵਾਰੀ। ਤੇ ਉਹ ਜਿਹੜੇ ਹਾਲਾਤ ਜਿਹੜੇ ਹੈਗੇ ਆ ਭਗਤ ਕਬੀਰ ਜੀ ਨੇ ਉਹ ਸ਼ਬਦ ਦੇ ਵਿੱਚ ਜਿਹੜੇ ਹੈਗੇ ਆ ਉਹ ਸਾਹਮਣੇ ਲਿਆਂਦੇ ਹੈਗੇ ਆ। ਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪਰਿਵਾਰ ਦੇ ਵਿੱਚ ਹੋਈਆਂ, ਕਿਉਂਕਿ ਪਰਿਵਾਰ ਮਿਹਨਤਕਸ਼ ਪਰਿਵਾਰ ਸੀ। ਤੇ ਭਗਤ ਕਬੀਰ ਜੀ ਦਾ ਬੁਨਣਾ ਤੰਨਾ ਸਭ ਤਜੂ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ, ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ। ਚਾਹੇ ਉਹ ਸੰਸਾਰ ਦੇ ਤਾਣੇ ਬਾਣੇ ਦੀ ਉੱਥੇ ਗੱਲ ਕੀਤੀ ਹੈ, ਕਿਉਂਕਿ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਕਿਰਤ ਕਰਨੀ ਛੱਡਤੀ, ਕਿਰਤ ਕਰਦੇ ਸੀ, ਮਗਰ ਜਿਹੜੀਆਂ ਸੰਸਾਰ ਦੀਆਂ ਜਿਹੜੀਆਂ ਤਾਣੇ ਬਾਣੇ ਉਹਦੇ ਕੋਲ ਪਰਵਾਹ ਨਹੀਂ ਸੀ ਕਰਦੇ, ਉਹ ਤੋਂ ਨਿਰਲੇਪ ਹੋ ਕੇ ਰਹਿੰਦੇ ਸੀ। ਇੱਕ ਸੰਸਾਰ ਦਾ ਜਿਹੜਾ ਤਾਣਾ ਬਾਣਾ ਜਿਹੜਾ ਸੀਗਾ ਨਾ, ਉਹ ਤੋਂ ਇੱਕ ਨਿਰਲੇਪ ਹੋ ਕੇ ਰਹਿੰਦੇ ਸੀ। ਇਸ ਕਰਕੇ ਪਰਿਵਾਰ ਦਾ ਸ਼ੁਰੂ ਚ ਵਿਰੋਧ ਵੀ ਚੱਲਣਾ ਪਿਆ, ਕਿਉਂਕਿ ਜਿੰਨੇ ਵੀ ਮਹਾਂਪੁਰਸ਼ ਜਿਹੜੇ ਹੈਗੇ ਸੰਸਾਰ ਤੇ ਆਏ ਆ, ਉਹਨਾਂ ਨੂੰ ਜਿਹੜਾ ਸਮਾਜ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਚਾਹੇ ਕੋਈ ਰਿਸ਼ਤੇਦਾਰੀਆਂ ਚਾਹੇ ਕੋਈ ਪਰਿਵਾਰ ਹੈ, ਰੋਕਣ ਦੀ ਕੋਸ਼ਿਸ਼ ਕੀਤੀ ਹੈ। ਮਗਰ ਉਹਨਾਂ ਦੀ ਅਵਸਥਾ ਕੀ ਸੀ? ਸੋ ਕਬੀਰ ਰਾਮੈ ਹੋਏ ਨਿਬਰਿਓ। ਉਹ ਕਬੀਰ ਦੀ ਜਿਹੜੀ ਅਵਸਥਾ ਜਿਹੜੀ ਆ ਪਰਮਾਤਮਾ ਦੇ ਬਰਾਬਰ ਆ ਗਈ। ਇੱਥੇ ਤੱਕ ਜਿਹੜੀ ਹੈਗੀ ਆ ਗੱਲ ਹੁੰਦੀ ਆ। ਤੇ ਮੈਂ ਗਿਆਨੀ ਧਰਮ ਸਿੰਘ ਜੀ ਤੋਂ ਜਾਊਂਗਾ, ਤੇ ਉਹ ਹਨਾ ਜੋ ਗੁਰਬਾਣੀ ਦਾ ਸ਼ਬਦ ਪਾਤੀ ਤੁਰੈ ਮਾਲਨੀ ਜਿਹੜਾ ਸ਼ਬਦ ਹੈ, ਜਿਹਦੇ ਵਿੱਚ ਜਿਹੜਾ ਹੈ ਭਗਤ ਕਬੀਰ ਜੀ ਨੇ ਇੱਕ ਬੜਾ ਕਮਾਲ ਦਾ ਜਿਹੜਾ ਹੈਗਾ ਦਰਸ਼ਨ ਸਾਡੇ ਸਾਹਮਣੇ ਰੱਖਿਆ। ਤੇ ਉਹ ਸ਼ਬਦ ਦੀ ਜਿਹੜੇ ਹੈਗੇ ਆ ਵਿਚਾਰ ਜਿਹੜੀ ਸਾਡੇ ਨਾਲ ਸਾਂਝੇ ਕਰੋ। ਤੇ ਇਹ ਤੋਂ ਬਾਅਦ ਵਿੱਚ ਮੈਂ ਜਿਹੜਾ ਹੈਗਾ ਡਾਕਟਰ ਕਿਰਪਾਲ ਸਿੰਘ ਜੀ ਦੇ ਕੋਲ ਜਾਊਂਗਾ, ਤੇ ਫਿਰ ਇਹ ਤੋਂ ਬਾਅਦ ਵਿੱਚ ਬਾਕੀ ਜਿਹੜੇ ਹੈਗੇ ਆ ਆਪਣੇ ਸਾਡੇ ਮਹਿਮਾਨ ਜਿਹੜੇ ਉਹਨਾਂ ਦੇ ਕੋਲ ਜਾਵਾਂਗੇ। ਹਾਂਜੀ, ਗਿਆਨੀ ਧਰਮ ਸਿੰਘ ਜੀ। ਹਾਂਜੀ, ਕਬੀਰ ਜੀ ਨੇ ਕਮਾਲਾਂ ਕੀਤੀਆਂ ਨੇ। ਜਿਹੜੇ ਪ੍ਰਚਲਿਤ ਜੋ ਵੀ ਪਖੰਡ ਕਰਮ ਕਾਂਡ ਜਾਂ ਭਰਮ ਸੀਗੇ ਉਹਨਾਂ ਨੂੰ ਦੂਰ ਕੀਤਾ, ਕਿਉਂਕਿ ਬ੍ਰਾਹਮਣ ਨੇ ਰੱਬ ਦੀ ਮੂਰਤੀ ਨਹੀਂ ਬਣਾਈ ਜਾ ਸਕਦੀ। ਆਪ ਜੀ ਨੇ ਕਈਆਂ ਨੇ ਵੀ ਤੋਂ ਜ਼ਿਕਰ ਕੀਤਾ ਆ, ਇਹਦੇ ਸੱਚ ਗੱਲ ਆ। ਪਰ ਫਿਰ ਵੀ ਉਹਨਾਂ ਦੇ ਵੱਖਰੇ ਵੱਖਰੇ ਦੇਵਤੇ ਕਲਪਨਾ ਕਰਕੇ, ਦੇਵੀਆਂ ਕਲਪਨਾ ਕਰਕੇ ਉਹਨਾਂ ਦੀਆਂ ਮੂਰਤੀਆਂ ਬਣਾਈਆਂ ਗਈਆਂ। ਫਿਰ ਉਹਨਾਂ ਮੂਰਤੀਆਂ ਨੂੰ ਭੋਗ ਲਵਾਏ ਜਾਂਦੇ, ਉਹਨਾਂ ਨੂੰ ਬਸਤਰ ਚੜਾਏ ਜਾਂਦੇ, ਉਹਨਾਂ ਦੇ ਅੱਗੇ ਆਰਤੀਆਂ ਉਤਾਰੀਆਂ ਜਾਂਦੀਆਂ, ਕਈ ਕੁਛ ਹੁੰਦਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਰਤੀ ਦਾ ਖੰਡਨ ਕੀਤਾ ਸੀ, ਮੂਰਤੀ ਪੂਜਾ ਦਾ। ਤੇ ਇੱਥੇ ਕਬੀਰ ਜੀ ਕਹਿੰਦੇ ਪਾਤੀ ਤੋਰਾ ਮਾਲਨੀ ਪਾਤੀ ਪਾਤੀ ਜੀਓ, ਕਿ ਜਿਹੜੀ ਮਾਲਣ ਆ ਉਹ ਪੱਤਿਆਂ ਨੂੰ ਤੋੜਦੀ ਆ, ਫੁੱਲਾਂ ਨੂੰ ਤੋੜਦੀ, ਤੇ ਉਹਨਾਂ ਦੇ ਵਿੱਚ ਤੇ ਸਾਰਿਆਂ ਦੇ ਵਿੱਚ ਜੀਵ ਆ। ਜਿਸ ਪਾਹਨ ਕੋ ਪਾਤੀ ਤੋਰਾ ਸੋ ਪਾਹਨ ਨਿਰਜੀਓ। ਪਰ ਜਿਸ ਪੱਥਰ ਦੀ ਪੂਜਾ ਵਾਸਤੇ ਫੁੱਲਾਂ ਨੂੰ ਤੋੜਿਆ ਜਾ ਰਿਹਾ, ਪੱਤਿਆਂ ਨੂੰ ਤੋੜਿਆ ਜਾ ਰਿਹਾ, ਜਿਹੜੇ ਜੀਵਤ ਨੇ, ਤੇ ਜਿਸ ਵਾਸਤੇ ਤੋੜੇ ਜਾ ਰਹੇ ਉਹ ਤੇ ਨਿਰਜਿੰਦ ਆ। ਉਹ ਤੇ ਪੱਥਰ ਹੀ ਆ ਨਾ। ਉਹਦੀ ਵੱਖਰੀ ਗੱਲ ਆ ਕਿ ਉਹਦੇ ਸ਼ੇਪ ਦੇ ਦਿੱਤੀ ਇੱਕ ਮੂਰਤ ਬਣਾ ਕੇ। ਤੇ ਕਹਿੰਦੇ ਜਿਸ ਪਾਹਨ ਕੋ ਪਾਤੀ ਤੋਰਾ ਸੋ ਪਾਹਨ ਨਿਰਜੀਓ, ਭੂਲੀ ਮਾਲਨੀ ਹੈ ਇਉਂ ਸਤਿਗੁਰ ਜਾਗਤਾ ਹੈ ਦਿਓ, ਬ੍ਰਹਮ ਪਾਤੀ ਬਿਸ਼ਨਧਾਰੀ ਫੂਲ ਸ਼ੰਕਰ ਦਿਓ, ਤੀਨ ਦਿਓ ਪ੍ਰਤੱਖ ਤੋਰਾ ਕਰਹਿ ਕਿਸ ਕੀ ਸਿਓ। ਕਹਿੰਦੇ ਕਿ ਜਿਹੜੇ ਤਿੰਨ ਦੇਵਤੇ, ਕਿ ਜੇ ਬ੍ਰਹਮ ਪਾਤੀ ਜਿਹੜੇ ਪੱਤੇ ਉਹਨਾਂ ਚ ਸਮਝ ਲਓ ਬ੍ਰਹਮਾ ਆ, ਬਿਸ਼ਨਧਾਰੀ ਜਿਹੜੀਆਂ ਟਾਹਣੀਆਂ ਉਹ ਵਿਸ਼ਨੂੰ ਆ, ਤੇ ਫੂਲ ਸ਼ੰਕਰ ਦਿਓ ਫੁੱਲ ਉਹ ਸ਼ੰਕਰ ਭਗਵਾਨ ਸ਼ਿਵ ਜੀ ਸਮਝ ਲਓ। ਕਹਿੰਦੇ ਤੀਨ ਦਿਓ ਪ੍ਰਤੱਖ ਤੋਰਾ ਕਰਹਿ ਕਿਸ ਕੀ ਸਿਓ, ਕਿ ਇਹ ਮਾਲਨੀ ਕਿ ਜਿਹੜੇ ਤਿੰਨ ਦੇਵਤੇ ਤੇ ਤੂੰ ਪ੍ਰਤੱਖ ਤੌਰ ਤੇ ਤੋੜ ਦਿੱਤੇ, ਸੇਵਾ ਕਿਹਦੀ ਕਰਨੀ ਆ। ਇਹ ਖੰਡਨ ਕੀਤਾ ਉਹਨਾਂ ਨੇ। ਤੇ ਕਬੀਰ ਜੀ ਨੇ ਤੇ ਹੋਰ ਵੀ ਬਹੁਤ ਇਹੋ ਜਿਹੇ ਜਿਹੜੇ ਮੂਰਤੀ ਪੂਜਾ ਦਾ ਉਹ ਕਹਿੰਦੇ ਜੋ ਤੁਮ ਹਮ ਆਪਣੇ ਮੁਕਤੀ ਦਾ ਸੰਕਲਪ ਖੰਡਨ ਕਰਦਿਆਂ ਕਹਿੰਦੇ ਜੋ ਤੁਮ ਮੋਕੋ ਦੂਰ ਕਰਤਾ ਹੋ ਤੋ ਤੁਮ ਮੁਕਤ ਬਤਾਵੋ, ਕਿ ਮੈਨੂੰ ਮੁਕਤੀ ਦਾ ਤੁਸੀਂ ਤਾਂ ਹੀ ਹੈ ਵਾਹਿਗੁਰੂ ਜੀ ਪਰਮਾਤਮਾ ਜੀ ਦੱਸ ਦਿਓ ਜਦੋਂ ਤੁਸੀਂ ਮੈਨੂੰ ਆਪਣੇ ਤੋਂ ਦੂਰ ਕਰਨਾ ਹੋਏ। ਪਰ ਤੁਸੀਂ ਸਰਬ ਥਾਵਾਂ ਤੇ ਵਿਆਪਕ ਹੋ, ਮੈਨੂੰ ਹੋਰ ਕਿਸੇ ਥਾਂ ਤੇ ਜਾਣ ਦੀ ਲੋੜ ਨਹੀਂ। ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਅੱਗੇ ਜਾਤ ਦੀ ਗੱਲ ਹੋਈ ਹੈ ਤੇ ਭਗਤ ਕਬੀਰ ਜੀ ਦਾ ਜਿਹੜਾ ਦੂਸਰਾ ਸ਼ਲੋਕ ਹੈ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੋ ਇਹ ਜਪਿਓ ਸਿਰਜਣਹਾਰ। ਕਹਿਣ ਦਾ ਭਾਵ ਇਹ ਹੈ ਕਿ ਉਹ ਕਹਿੰਦੇ ਵੀ ਮੈਂ ਜਿਹੜੀ ਜਾਤ ਵਿੱਚ ਜਨਮ ਲਿਆ, ਮੈਂ ਤੇ ਉੱਥੇ ਬਲਿਹਾਰੇ ਜਾਂਦਾ ਜਿਹਦੇ ਵਿੱਚ ਮੈਨੂੰ ਪਰਮਾਤਮਾ ਦਾ ਨਾਮ ਜਪਣ ਨੂੰ ਮਿਲਿਆ। ਉਹ ਜਿਹੜਾ ਸ੍ਰਿਸ਼ਟੀ ਕਰਤਾ ਪ੍ਰਭੂ ਪਰਮਾਤਮਾ ਹੈ। ਦੁਨੀਆ ਮੇਰੀ ਜਾਤ ਦੇਖ ਕੇ ਹੱਸਦੀ ਹੈ ਜਾਂ ਮੈਨੂੰ ਉਲਟਾ ਸਿੱਧਾ ਕਮੈਂਟ ਕਰਦੇ ਆ, ਮਗਰ ਇਹ ਜਾਤ ਤੋਂ ਤਾਂ ਮੈਂ ਬਲਿਹਾਰ ਜਾਣਾ ਵੀ ਜਿਹਦੇ ਤੇ ਮੈਂ ਜਿਹੜਾ ਹੈਗਾ ਆ ਵੀ ਮੈਂ ਇੱਥੇ ਤੱਕ ਪ੍ਰਭੂ ਪਰਮਾਤਮਾ ਦੀ ਇਸ ਅਵਸਥਾ ਤੱਕ ਜਿਹੜੀ ਹੈਗੀ ਆ ਉਹਨਾਂ ਦੀ ਮਿਲਣ ਦੀ ਅਵਸਥਾ ਤੱਕ ਮੈਂ ਪਹੁੰਚ ਗਿਆ। ਇਹ ਬੜੀ ਕਮਾਲ ਦੀ ਗੱਲ ਹੈ। ਵਿਜੇਂਦਰ ਸਿੰਘ ਜੀ ਨਾਲ ਗੱਲ ਸ਼ੁਰੂ ਕੀਤੀ ਸੀਗੀ ਮਗਹਰ ਦੀ, ਤੇ ਪੰਡਤ ਦੇ ਮਨ ਦੇ ਵਿੱਚ ਇੱਕ ਪੰਡਤ ਦਰਸ਼ਨ ਹੈਗਾ ਇਹਨਾਂ ਦਾ, ਤੇ ਇਹ ਸੋਚਦੇ ਵੀ ਜਿਹੜਾ ਮਗਹਰ ਦੇ ਵਿੱਚ ਬੰਦਾ ਆਪਣੇ ਪ੍ਰਾਣ ਤਿਆਗਦਾ ਨਾ, ਤੇ ਉਹ ਗਧੇ ਦੀ ਜੂਨੇ ਪੈਂਦਾ। ਤੇ ਭਗਤ ਜੀ ਨੇ ਫਿਰ ਕਿਹਾ, ਕਹਿੰਦੇ ਬਹੁਤ ਜਨਮ ਤਪ ਕੀਆ ਕਾਂਸ਼ੀ ਮਰਨ ਪਿਆ ਮਗਹਰ ਕੀ ਬਾਸੀ।
ਕਹਿੰਦੇ ਵੀ ਹੁਣ ਉੱਥੇ ਭਗਤ ਕਬੀਰ ਜੀ ਦਾ ਇੱਕ ਸ਼ਬਦ ਆਸਾ ਰਾਗ ਦੇ ਵਿੱਚ ਆਉਂਦਾ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਉਹਦੇ ਵਿੱਚ ਲਿਖਿਆ ਵੀ ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੇ ਹੜੰਬੈ ਤਾਂ ਸਗਲੀ ਸੈਨ ਤੜਾਈ। ਉਹ ਹੜੰਬਾ ਜਿਹੜਾ ਨਾਮ ਹੈ ਉਹ ਵੀ ਮਗਹਰ ਦਾ ਹੀ ਨਾਮ ਕਰਕੇ ਆਉਂਦਾ। ਕਹਿੰਦੇ ਵੀ ਜਿਹੜਾ ਪ੍ਰਭੂ ਪਰਮਾਤਮਾ ਦਾ ਸੰਤ ਜਿੱਥੇ ਮਰਜੀ ਜਾ ਕੇ ਵਾਸਾ ਕਰੇ, ਉਹ ਜਗ੍ਹਾ ਨੂੰ ਸਵਰਗ ਬਣਾ ਦਿੰਦਾ, ਉੱਥੇ ਆਪਣੇ ਆਨੰਦ ਖੇਡ ਦਿੰਦਾ। ਤੇ ਕੋਈ ਮਨ ਦਾ ਕਠੋਰ ਹੋਵੇ ਤੇ ਗਲਤ ਇਨਸਾਨ ਹੋਵੇ, ਗਲਤ ਨੀਤੀ ਵਾਲਾ ਹੋਵੇ, ਤਾਂ ਸਮਝਿਆ ਵੀ ਮੈਂ ਕਾਸ਼ੀ ਦੇ ਵਿੱਚ ਜਾ ਕੇ ਆਪਣੇ ਪ੍ਰਾਣ ਤਿਆਗ ਦਿੰਦਾ ਤੇ ਮੈਨੂੰ ਮੁਕਤੀ ਦਾ ਦੁਆਰਾ ਮਿਲ ਜਾਏ, ਤੇ ਇਹ ਕਦੀ ਵੀ ਸੰਭਵ ਨਹੀਂ ਹੋ ਸਕਦਾ, ਕਿਉਂਕਿ ਉਹਦਾ ਮਨ ਕਠੋਰ, ਤੇ ਮਨ ਕਠੋਰ ਵਾਲਾ ਜਿੱਥੇ ਮਰਜੀ ਚਲਿਆ ਜਾਵੇ। ਕਿਉਂਕਿ ਕਾਸ਼ੀ ਨੂੰ ਇਹ ਜਿਹੜਾ ਹਿੰਦੂ ਸ਼ਾਸਤਰ ਦੇ ਮੁਤਾਬਕ ਵਾਰ ਸੀ ਕਿ ਇੱਥੇ ਜਿਹੜਾ ਬੰਦਾ ਮਰੇਗਾ ਨਾ, ਉਹਨੂੰ ਜਾ ਕੇ ਮੁਕਤੀ ਦਾ ਦੁਆਰਾ ਜਿਹੜਾ ਮਿਲੇਗਾ। ਉੱਥੇ ਇੱਕ ਕਹਿੰਦੇ ਆਰਾ ਵੀ ਰੱਖਿਆ ਹੋਇਆ ਵੀ ਜਿਹੜਾ ਜਾ ਕੇ ਉਹ ਪੰਡਤ ਜਿਹੜੇ ਕਹਿੰਦੇ ਵੀ ਸ਼ਾਇਦ ਪਿਛਲੇ ਸਮੇਂ ਦੇ ਵਿੱਚ ਉਹ ਆਰੇ ਦੇ ਉੱਤੇ ਉਹ ਬੰਦਿਆਂ ਨੂੰ ਮਾਰਦੇ ਸੀ ਵੀ ਆਜੋ ਤੁਹਾਨੂੰ ਮੁਕਤੀ ਦਈਏ। ਇੱਥੇ ਤੱਕ ਦੁਨੀਆ ਦਾ ਅੰਧ ਵਿਸ਼ਵਾਸ ਜਿਹੜਾ ਹੈਗਾ ਪਹੁੰਚਿਆ ਸੀਗਾ ਵੀ ਇੱਕ ਹਰ ਕੀ ਪੌੜੀ ਉੱਥੇ ਹੈਗੀ, ਉੱਥੇ ਵੀ ਜਾ ਕੇ ਕਹਿੰਦੇ ਵੀ ਡੋਬਾ ਏਦਾਂ ਦਾ ਲਾਈਏ ਵੀ ਜਿਹੜਾ ਸਾਡੇ ਪ੍ਰਾਣ ਇੱਥੇ ਤਿਆਗੇ ਜਾਣ। ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਨਾਤਨੀ ਮੱਤ ਦੇ ਵਿੱਚ ਪ੍ਰਚਲਿਤ ਹੋਈਆਂ। ਭਗਤ ਕਬੀਰ ਜੀ ਨੇ ਬੜੀ ਵੱਡੀ ਸੱਟ ਮਾਰੀ ਇਸ ਜਿਹੜੇ ਪਖੰਡ ਦੇ ਉੱਤੇ, ਤੇ ਉਹਨਾਂ ਨੇ ਕਿਹਾ ਕਿ ਮੈਂ ਸਾਰੀ ਉਮਰ ਚਾਹੇ ਕਾਸ਼ੀ ਬਨਾਰਸ ਦੇ ਵਿੱਚ ਰਿਹਾ ਆ, ਮਗਰ ਮਰਨ ਲੱਗੇ ਜਦੋਂ ਜੀਵਨ ਦਾ ਅੰਤਮ ਸਮਾਂ ਹੁੰਦਾ ਹੈ ਤੇ ਭਗਤ ਜੀ ਜਿਹੜੇ ਹੈਗੇ ਆ ਉਹ ਮਗਹਰ ਦੇ ਵਿੱਚ ਜਾਂਦੇ ਆ, ਤੇ ਉੱਥੇ ਜਾ ਕੇ ਇਹ ਜਿਹੜਾ ਸਨਾਤਨੀ ਦਰਸ਼ਨ ਆ ਇਹਦੇ ਉੱਤੇ ਇੱਕ ਚੋਟ ਮਾਰਦੇ, ਪਖੰਡ ਦੇ ਉੱਤੇ ਇੱਕ ਚੋਟ ਮਾਰਦੇ ਆ ਕਿ ਜਿਹੜਾ ਪ੍ਰਭੂ ਪਰਮਾਤਮਾ ਦਾ ਸੰਤ ਆ ਉਹ ਆਪ ਨਹੀਂ ਤਰਦਾ, ਆਪਣੇ ਨਾਲ ਆਪਣੇ ਚੇਲਿਆਂ ਨੂੰ, ਆਪਣੀ ਕੁਲਾਂ ਨੂੰ ਤਾਰ ਦਿੰਦਾ ਜਦੋਂ ਉਹ ਆਪਣੀ ਜਿਹੜੀ ਹੈਗੀ ਆ ਆਪਣੀ ਬੁੱਧੀ ਨੂੰ ਪ੍ਰਭੂ ਪਰਮਾਤਮਾ ਦੇ ਉਪਦੇਸ਼ ਦੇ ਮੁਤਾਬਕ ਚਲਾਉਂਦਾ। ਡਾਕਟਰ ਕਿਰਪਾਲ ਸਿੰਘ ਜੀ, ਤੁਸੀਂ ਆਪਣੇ ਵਿਚਾਰ ਭਗਤ ਕਬੀਰ ਜੀ ਦੇ ਪਰਥਾਏ ਜੇ ਰੱਖਣਾ ਚਾਹੋ ਤੇ ਆਪਣਾ ਬੜੇ ਮਸ਼ਹੂਰ ਹੋਵਾਂਗੇ ਤੁਹਾਡੇ, ਤੁਸੀਂ ਆਪਣੇ ਵਿਚਾਰ ਰੱਖੋ। ਥੈਂਕ ਯੂ ਜੀ। ਤੇ ਬਹੁਤ ਸੋਹਣੇ ਵਿਚਾਰ ਦੱਸੇ ਨੇ ਆਪਣੇ ਦਰਬਾਰ ਸਿੰਘ ਹੋਣਾ ਨੇ ਤੇ ਗਿਆਨੀ ਧਰਮ ਸਿੰਘ ਹੋਣਾ ਨੇ ਤੇ ਤੁਸੀਂ ਤੇ ਬਜਿੰਦਰ ਸਿੰਘ ਹੋਣਾ ਨੇ। ਮੈਂ ਤੇ ਇਹ ਅਰਜ਼ ਕਰਨੀ ਆ ਕਿ ਵੀ ਮੈਂ ਆਪਣੇ ਕੰਮਕਾਰ ਦੇ ਵਿੱਚ ਜਿਹੜੀ ਸਭ ਤੋਂ ਮੈਨੂੰ ਜ਼ਿਆਦਾ ਐਗਜ਼ਾਮਪਲ ਯੂਜ਼ ਕਰਦਾ ਉਹ ਹੈ ਉਹਨਾਂ ਦਾ ਸ਼ਬਦ ਜਿਹੜਾ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਕਿਉਂਕਿ ਜਿਹੜਾ ਮੇਰਾ ਮੇਨ ਕੰਮ ਹੈਗਾ ਨਾ ਉਹ ਆਪਣੇ ਜਿਹੜੇ ਨਾਨ ਸਿੱਖ ਨੇ ਉਹਨਾਂ ਲੋਕਾਂ ਦੇ ਨਾਲ ਸੰਬੰਧ ਪੈਦਾ ਕਰਨ ਦਾ ਕੰਮ ਜਿਹੜਾ ਮੈਂ ਕਰ ਰਿਹਾ, ਤੇ ਉਹਨਾਂ ਨੂੰ ਮੈਂ ਦੱਸਦਾ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਉਪਦੇਸ਼ ਜਿਹੜਾ ਮਿਲਦਾ ਕਿ ਸਾਰੀ ਦੁਨੀਆ ਦਾ ਜਿਹੜਾ ਪਰਮਾਤਮਾ ਦਾ ਨੂਰ ਸਾਰੇ ਥਾਂ ਹੈਗਾ। ਤੇ ਇਹ ਸ਼ਬਦ ਬਹੁਤ ਬਿਊਟੀਫੁਲ ਹੈ ਜਦੋਂ ਤੁਸੀਂ ਇਸ ਨੂੰ ਐਨਾਲਾਈਜ਼ ਕਰਕੇ ਦੇਖੋ। ਤੇ ਇਹੋ ਹੀ ਸਾਨੂੰ ਮਹਾਰਾਜ ਨੇ ਇੱਕ ਓਂਕਾਰ ਦੀ ਵਿਆਖਿਆ ਹੀ ਹੈ ਨਾ, ਇਹ ਅਵਲ ਅੱਲਾ ਨੂਰ ਪਾਇਆ ਤੇ ਐਸੇ ਤਰ੍ਹਾਂ ਪਰ ਸਾਨੂੰ ਲੋੜ ਹੈਗੀ ਆ ਕਿ ਵੀ ਅਸੀਂ ਸ਼ਬਦਾਂ ਦੀ ਵਿਆਖਿਆ ਦੇ ਨਾਲ ਨਾਲ ਪ੍ਰੈਕਟੀਕਲ ਚੀਜ਼ਾਂ ਕਰੀਏ। ਸਾਡੇ ਸਾਰੇ ਲੋਕਾਂ ਨੂੰ ਲੋੜ ਹੈ ਕਿ ਵੀ ਜਿਹੜੇ ਹੁਣ ਜਿਵੇਂ ਸਰਦਾਰ ਦਿਲਬਾਗ ਸਿੰਘ ਹੁਣੀ ਆ ਇਹ ਕੈਂਪਾਂ ਦੇ ਵਿੱਚ ਹਿੱਸਾ ਲੈਣੇ ਆ, ਸਾਨੂੰ ਇਹ ਕਬੀਰਪੰਥੀ ਲੋਕਾਂ ਨੂੰ ਵੀ ਨਾਲ ਲਿਆਉਣਾ ਚਾਹੀਦਾ ਕੈਂਪਾਂ ਦੇ ਵਿੱਚ। ਹਾਂਜੀ, ਸਾਨੂੰ ਉਹਨਾਂ ਨੂੰ ਵੀ ਨਾਲ ਜੋੜ ਕੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ, ਤੇ ਨਾਲੇ ਜਦੋਂ ਅਸੀਂ ਗੁਰਦੁਆਰਿਆਂ ਦੇ ਵਿੱਚ ਸਮਾਗਮ ਕਰਦੇ ਆ ਉਹਨਾਂ ਨੂੰ ਵੀ ਨਾਲ ਜੋੜੋ, ਆਓ ਭਾਈ ਬੈਠੋ, ਕਿਉਂਕਿ ਅੱਖਾਂ ਖੁੱਲਦੀਆਂ ਨੇ ਬੰਦੇ ਦੀਆਂ ਐਕਚੁਅਲੀ ਪ੍ਰੈਕਟਿਸ ਕਰਕੇ। ਅਦਰਵਾਈਜ਼ ਕਿਤਾਬਾਂ ਜੋ ਮਰਜ਼ੀ ਪੜ੍ਹੀ ਜਾਓ, ਤੁਸੀਂ ਸੁਣੀ ਸੁਣਾਈ ਜੋ ਮਰਜ਼ੀ ਜਾਓ, ਉਹਦਾ ਉਹ ਅਸਰ ਨਹੀਂ ਜਿੰਨਾ ਚਿਰ ਤੁਸੀਂ ਆਪਣੇ ਅੱਖਾਂ ਰਾਹੀਂ ਦੇਖ ਨਹੀਂ ਲੈਂਦੇ ਚੀਜ਼ਾਂ ਨੂੰ। ਇਹ ਕਰਨੀਆਂ ਕੋਈ ਔਖੀਆਂ ਨਹੀਂ ਹੈ, ਸਿਰਫ ਸਾਨੂੰ ਕੋਸ਼ਿਸ਼ ਕਰਨ ਦੀ ਲੋੜ ਹੈ। ਤੇ ਉਹਦੇ ਨਾਲ ਸਾਡਾ ਜਿਹੜਾ ਹੌਲੀ ਹੌਲੀ ਨਾਲੇ ਤਾਂ ਹੌਸਲਾ ਵੱਧਦਾ, ਨਾਲੇ ਦੂਜੇ ਦਾ ਹੌਸਲਾ ਵੱਧਦਾ, ਉਹਨਾਂ ਨੂੰ ਰਿਸਪੈਕਟ ਮਿਲਦੀ ਹੈ, ਤੇ ਨਾਲੇ ਸਾਨੂੰ ਪ੍ਰੈਕਟੀਕਲ ਰੂਪ ਦੇ ਉਹਨਾਂ ਦੇ ਉਪਦੇਸ਼ ਦੇ ਉਹਨਾਂ ਨੂੰ ਕਮਾਉਣ ਦਾ ਟਾਈਮ ਮਿਲਦਾ ਹੈ। ਤੇ ਸਾਨੂੰ ਬਹੁਤ ਜ਼ਰੂਰ ਹੈ ਕਿ ਅਸੀਂ ਜਿਹੜੀ ਹੈ ਨਾ ਸਾਡੀ ਜਿਹੜੀ ਅਪਰੋਚ ਅੱਜ ਤਾਈਂ ਹੈਗੀ ਹੈ ਘਰ ਦੀ ਬਿੱਲੀ ਘਰੇ ਮਿਆਉਂ ਮਿਆਉਂ, ਉਹਦੇ ਵਿੱਚੋਂ ਨਿਕਲ ਕੇ ਨਾ ਸਾਨੂੰ ਆਲੇ ਦੁਆਲੇ ਨਾਲ ਜੁੜਨ ਦੀ ਲੋੜ ਹੈ। ਆਲੇ ਦੁਆਲੇ ਦੇ ਵਿੱਚ ਚਾਹੇ ਤੁਹਾਡੇ ਕਬੀਰਪੰਥੀ ਰਹਿੰਦੇ, ਚਾਹੇ ਮਜਬੀ ਸਿੱਖ ਹੈ, ਚਾਹੇ ਕੋਈ ਹੋਰ ਹੈ, ਜਿਹੜੇ ਵੀ ਬੰਦੇ ਹੈਗੇ ਬਾਜੀਗਰ ਨੇ, ਸਾਰਿਆਂ ਨੂੰ ਸਾਨੂੰ ਉਹਨਾਂ ਦੇ ਨਾਲ ਜੁੜਨ ਦੀ ਲੋੜ ਹੈ। ਜਾਂ ਬਿਹਾਰੀ ਲੋਕ ਨੇ ਉਹਨਾਂ ਸਾਰਿਆਂ ਦੇ ਨਾਲ ਜੁੜਨ ਦੀ ਲੋੜ ਹੈ, ਉਹਨਾਂ 'ਚ ਉਪਦੇਸ਼ ਪਹੁੰਚਾਉਣ ਦੀ ਲੋੜ ਹੈ। ਭਗਤ ਕਬੀਰ ਜੀ ਦਾ ਵੀ, ਭਗਤ ਰਵਿਦਾਸ ਜੀ ਦਾ, ਗੁਰੂ ਨਾਨਕ ਸਾਹਿਬ ਦਾ, ਗੁਰਬਾਣੀ ਦਾ ਸਾਰਾ ਇਹ ਸਮੇਂ ਦੀ ਲੋੜ ਹੈ। ਤਾਂ ਹੀ ਅਸੀਂ ਇੱਕ ਸਮਾਜ ਪੈਦਾ। ਦੇਖੋ ਗੁਰੂ ਜਾ ਕੇ ਪਲਕ ਭਾਗੋ ਦੇ ਕੋਲ ਨਹੀਂ ਰਹੇ ਕਰ ਰਹੇ ਆ, ਸਾਨੂੰ ਜਿਹੜੇ ਨੇ ਪਛਾਣਨੇ ਚਾਹੀਦੇ ਨੇ, ਉਹਨਾਂ ਨਾਲ ਰਲਣਾ ਮਿਲਣਾ ਚਾਹੀਦਾ। ਜੇ ਸਾਡੇ ਜਿਹੜੇ ਇੱਥੇ ਹਿੱਸਾ ਲੈਣ ਵਾਲੇ ਲੋਕ ਅਸੀਂ ਬੈਠੇ ਆ, ਜੇ ਸ਼ੁਰੂਆਤ ਅਸੀਂ ਕਰਾਂਗੇ ਤਾਂ ਉਹਨਾਂ ਨੂੰ ਹੌਲੀ ਹੌਲੀ ਕੋਈ ਹੋਰ ਵੀ ਇਸੇ ਤਰ੍ਹਾਂ ਕਰੇਗਾ। ਸੋ ਇਹ ਜਿਹੜੇ ਪ੍ਰੈਕਟੀਕਲ ਚੀਜ਼ਾਂ ਨੇ
ਜੇ ਅਸੀਂ ਇਹਨਾਂ ਨੂੰ ਆਪਣੇ ਲੈ ਆਈਏ ਰੋਜ਼ਾਨਾ ਜੀਵਨ ਦੇ ਵਿੱਚ ਤਾਂ ਅਸੀਂ ਕਬੀਰ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਜੋ ਵੀ ਮੈਸੇਜ ਹੈ ਉਸ ਨੂੰ ਸ਼ਰਧਾਂਜਲੀ ਵੀ ਦਿੰਦੇ ਆ ਤੇ ਨਾਲੇ ਲੋਕ ਭਲਾਈ ਦੇ ਵਿੱਚ ਵੀ ਵਰਤਦੇ ਆ। ਫੇਰ ਹੀ ਸਾਡੇ ਕਹਿਣ ਦਾ ਫਾਇਦਾ, ਨਾਮ ਚੜ੍ਹਦੇ ਨੇ ਬਾਣੀ, ਤਾਂ ਹੀ ਸਾਡਾ ਫਾਇਦਾ ਕਹਿਣ ਦਾ ਵੀ ਭਗਤਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਆਪਣੇ ਦੁਆਲੇ ਵੀ ਉਹਨਾਂ ਭਗਤਾਂ ਦੇ ਜਿਹੜੇ ਪੈਰੋਕਾਰ ਨੇ, ਜਿਨ੍ਹਾਂ ਚ ਭਗਤ ਆਏ ਨੇ, ਉਹਨਾਂ ਨੂੰ ਆਪਣੇ ਨਾਲ ਜੁੜੀਏ ਤੇ ਅਸੀਂ ਉਹਨਾਂ ਦੇ ਨਾਲ ਜੁੜੀਏ ਤਾਂ ਕਿ ਸਾਡਾ ਜਿਹੜਾ ਹੈਗਾ ਸਮਾਜ ਇੱਕ ਹੋਵੇ। ਇਹਦੇ ਨਾਲ ਹੀ ਸਾਡੀ ਜਿਹੜੀ ਹੈਗੀ ਆ ਦੇਸ਼ ਦੀ ਤਰੱਕੀ ਹੋ ਸਕਦੀ ਹੈ, ਸਾਡੇ ਆਲੇ ਦੁਆਲੇ ਦੀ ਤਰੱਕੀ ਹੋ ਸਕਦੀ ਹੈ ਤੇ ਗੁਰੂ ਮਹਾਰਾਜ ਦਾ ਤੇ ਕਬੀਰ ਸਾਹਿਬ ਦਾ ਜਿਹੜਾ ਉਪਦੇਸ਼ ਹੈ ਘਰੋਂ ਘਰ ਪਹੁੰਚ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਕਿਰਪਾਲ ਸਿੰਘ, ਧੰਨਵਾਦ, ਤੁਸੀਂ ਬਹੁਤ ਅੱਛੇ ਵਿਚਾਰ ਜਿਹੜੇ ਹੈਗੇ ਭਗਤ ਕਬੀਰ ਜੀ ਦੇ ਬਾਣੀ ਦੇ ਪ੍ਰਥਾਏ ਰੱਖੇ। ਕਿਉਂਕਿ ਜਦੋਂ ਅਸੀਂ ਸਮਾਜਿਕ ਕੁਰੀਤੀਆਂ ਦੀ ਗੱਲ ਦੇਖਦੇ ਹਾਂ ਸਮਾਜ ਦੇ ਵਿੱਚ, ਉਹਦੇ ਪ੍ਰਤੀ ਭਗਤ ਕਬੀਰ ਜੀ ਨੇ ਜੋ ਕਮਾਲ ਦੀ ਆਵਾਜ਼ ਉਸ ਵੇਲੇ ਉਠਾਈ, ਉਹ ਆਪਣੇ ਆਪ ਦੇ ਵਿੱਚ ਸਲਾਹਣਯੋਗ ਹੈਗੀ ਆ। ਜਿਸ ਤਰ੍ਹਾਂ ਜਦੋਂ ਰਾਗ ਗੌੜੀ ਦੀ ਬਾਣੀ ਪੜ੍ਹਦੇ ਆ, ਉਹਦੇ ਵਿੱਚ ਆਉਂਦਾ, ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਈ, ਪਿੱਤਰ ਵੀ ਪਪੜੇ ਕਹੋ ਕੇ ਪਾਵੇ ਕਊਆ ਕੂਕਰ ਖਾਈ, ਮੋਕੋ ਕੁਸ਼ਲ ਬਤਾਵੋ ਕੋਈ ਕੁਸ਼ਲ। ਜਾਣੀ ਕਿ ਕਹਿਣ ਦਾ ਮਤਲਬ ਇੱਥੇ ਇਹ ਗੱਲ ਕੀਤੀ ਹੈ ਕਿ ਜਿਹੜੇ ਇਨਸਾਨ ਆਪਣੇ ਜੀਵਨ ਦੇ ਵਿੱਚ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਤਾਂ ਮਰਨ ਤੋਂ ਬਾਅਦ ਉਹਨਾਂ ਦੇ ਸਰਾਧ ਕਰਾਉਂਦੇ ਆ, ਤੇ ਉਹ ਉਹਨਾਂ ਦੀ ਗੱਲ ਦੱਸੀ ਆ ਕਿ ਉਹ ਅਕਾਰਨ ਹੀ ਫਿਰ ਆਪਣੀ ਜਿਹੜੀ ਹੈਗੀ ਆ ਆਪਣੀ ਮਸ਼ਹੂਰੀ ਦੇ ਵਾਸਤੇ ਉਹ ਕਰ ਸਕਦੇ ਆ, ਮਗਰ ਜਿਹਨਾਂ ਨੇ ਮਾਤਾ ਪਿਤਾ ਨੂੰ ਜਿਉਂਦੇ ਜੀ ਖੁਸ਼ ਨਹੀਂ ਕੀਤਾ, ਉਹ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਖੁਸ਼ੀ ਕਿਸ ਤਰੀਕੇ ਨਾਲ ਲੈ ਸਕਦੇ? ਬਿਲਕੁਲ ਨਹੀਂ ਲੈ ਸਕਦੇ। ਉਹ ਆਪ ਇੱਕ ਮਿਹਨਤਕਸ਼ ਪਰਿਵਾਰ ਦੇ ਵਿੱਚ ਹੋਏ ਆ। ਤੇ ਜਦੋਂ ਅਸੀਂ ਸਲੋਕਾਂ ਦੀ ਗੱਲ ਕਰਦੇ ਹਾਂ ਤੇ ਇੱਕ ਸਲੋਕ ਹਮੇਸ਼ਾ ਹੀ ਸਾਰਿਆਂ ਦੇ ਵਾਸਤੇ ਸਰਲ ਆਉਂਦਾ ਹੈ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ੇ ਪਛਤਾਹੋਂਗੇ ਪ੍ਰਾਣ ਜਾਹੇਂਗੇ ਛੂਟ। ਇੱਕ ਅਗਾਹ ਕਰਨ ਦੀ ਜਿਹੜੀ ਨਿਸ਼ਾਨੀ ਜਿਹੜੀ ਹੈਗੀ ਸਾਨੂੰ ਦੱਸੀ ਹੈ ਕਿ ਇਹ ਜੇ ਜੀਵਨ ਜੇ ਚਲਾ ਗਿਆ ਤੇ ਫਿਰ ਤੂੰ परमात्मा ਦਾ ਨਾਮ ਕਿਸ ਤਰ੍ਹਾਂ ਜਪੇਗਾ? ਨਹੀਂ ਜਪ ਸਕਦਾ। वीरेंद्र सिंह जी, अपने आप सामने आप कीजिए, आपके विचार मैं लेने जा रहा हूँ। भगत कबीर जी की प्रथाएं आप क्योंकि सुन ही रहे, मैंने मगहर की बात कर ही रही है कि उन्होंने जाके एक चैलेंज किया, सनातनी समाज को चैलेंज किया कि मेरी जो जीवन का जो अखीरला समय है वो मगहर में गुजरेगा, क्योंकि वहां पर मशहूर कर दिया गया था सनातन वालों ने कि जो जहां पर जाएगा उसकी मुक्ति नहीं हो सकती, वो गधे की जून में पड़ेगा। मगर भगत कबीर जी ने अपना जीवन का जो अंतिम समय था वो मगहर में गुजारा और संसार के सामने एक उदाहरण पेश की, एक दलेरी दिखाई और समाज को बताया कि जो समझता है कि मेरी काशी में प्राण त्यागने से मुक्ति होगी, मगर ये बातें जो है एक मन घड़त बातें थी, इसके अलावा और कुछ भी नहीं थी। और आप भगत कबीर जी के जीवन के बारे में और जो है क्यों वो क्या कहना चाहते हैं? क्योंकि जो जनेऊ पंडित पहनता है ना, शूद्र को पहनने का हक नहीं है, मगर जो जनेऊ सूत का बनता है वो भगत कबीर जी के हाथ से बनता है। और यहाँ पर ही पखंड का मालूम पड़ जाता है कि ये लोग कितने पखंडी थे। भगत कबीर जी ने कैसे इनके पखंड का जो है पर्दाफाश किया था। हम कर सूत तने ने ताना कांठ जनेऊ तुम्हारे, कहते हैं कि जो तुम्हारे गले में जो सूत पड़ा हुआ है ना वो मेरी खड्डी से बन करके गया है। और आप क्या कहना चाहते हैं इसके बारे में? आप बात रखिए। ये जो आपने कहा मगर मरे सो गधा हुई, ये जो असल में जो मगध एम्पायर था सम्राट अशोक का, वो इसकी सीमा थी। अच्छा। और गौतम बुद्ध का जन्म हुआ था। गौतम बुद्ध का मगध से मुश्किल से 25 किलोमीटर दूरी पर कपिलवस्तु में हुए हैं। वो 29 साल की उम्र तक रहे। तो ब्राह्मणों ने ये घोषणा करा दी थी कि जो मगध एम्पायर में, मगर में ही नहीं, मगध एम्पायर की तरफ, बंगाल की तरफ जो भी पैदा होगा वो गधा होगा। अच्छा। उसका ये खंडन करने के लिए वो कहते हैं कि लौटे मगर को। लेकिन मैं ये समझता हूँ कि जिस तरीके से वैचारिक रूप से कबीर साहब की स्पष्ट दृष्टि थी और वो समझौता जैसी चीज नहीं जानते थे, जालिम थे, समझौता करना नहीं जानते थे। और वैचारिक दृष्टि ही गुरुओं की भी विशेषता है। वरना मैं समझता हूँ कि तुलसीदास का एक आध दोहा होगा तो ले लिया होता वहां, कम से कम दो वाणियां तो वो क्यों नहीं ली? वो कहते हैं कि जब भगवान राम निकले सबरी के आश्रम से तो कोई राक्षस मिल गया उन्हें, तो उसको इन्होंने मार दिया, तुरंत मार दिया। तो उसने पूछा भाई मुझे क्यों मारा है आपने? मैंने कोई गलती की है, क्या की है?
तो वो कहते हैं, तुलसीदास कहलवाते हैं उसके मुंह से कि सुन गंधर्व कहूं मैं तोई, सुन गंधर्व कहूं मैं तोई, मोय न सुहाए विप्र कुल द्रोही। ब्राह्मण का विरोधी मुझे पसंद नहीं है, इसलिए मैंने मार दिया। तापत ताड़त परुष कहता, परुष कहते हैं गाली बकने वाला, शाप देने वाला, उत्पीड़न करने वाला। सापत ताड़त परुष कहता, विप्र पूज्य गावे संता। चाहे कुछ भी करे विप्र फिर भी पूज्य। कबीर ने मगर ऐसा उनके अंदर एक चरित्र था, शक्ति थी। उन्होंने स्पष्ट एक भारत की जो समतावादी परंपरा है, बहुत अतीत से चली आ रही है, प्राचीन काल से चली आ रही है। ये बुद्ध और महावीर, बुद्ध 28 में बुद्ध है, महावीर 24 में तीर्थंकर हैं। ये वो परंपरा है जो मोहनजोदड़ो हड़प्पा से चली आ रही है। उसी में आगे चल के 84 सिद्ध हुए हैं, उसी में गोरखपंथी हुए हैं, जिनको कि कबीर बार बार चेताते हैं, ललकारते हैं। और एक चीज मैं और बता दूं आपको कि जो कोली संप्रदाय, कोली जाति है, उसमें भगवान बुद्ध की माँ कोलीय थी, उनकी पत्नी भी कोलीय थी, और उनके ससुर का नाम प्रबुद्ध था, उनकी सास का नाम पारमिता था। ये प्राचीन परंपरा, एंटी कास्ट कल्चर चला आ रहा है। ब्राह्मण लोग तो कहते हैं कि हमेशा से वेद रहे हैं, वेदों का ज्ञान रहा है। 1923 में जब मोहनजोदड़ो हड़प्पा की रिपोर्ट आई तो पता चला कि इतना बड़ा प्राचीन शहर की सभ्यता थी। तो ये जो घालमेल इतिहास में हुआ है, इसको ठीक से जब तक समझते नहीं, वैचारिक दृष्टि हमारी स्पष्ट नहीं होती, तब तक वो शैतान हमको गुमराह करता रहेगा। पाला, अगर आप जातिवाद का विरोध करते हैं, समझिए शैतान से पाला पड़ा है। वो कहता है वर्णाश्रम धर्म, जातिवाद, सीधे शब्दों में उसे कहिए। तो जो जातिवाद का विरोध करेगा वो सबसे बड़ा शत्रु मानता है। मेरे कई दोस्त हैं, वो कहते हैं इन्होंने अनटचेबल घोषित किया, तो मैंने कहा मुसलमानों को इन्होंने क्या किया, ईसाइयों को क्या किया? उनको म्लेच्छ कहा। म्लेच्छ भी तो अनटचेबल ही होता है। जिसने भी विरोध किया, आप चाहे ईश्वर को मानिए मत मानिए, आप देवी देवताओं को मानिए मत मानिए, सब जगह माफ कर देगा वो आपको। लेकिन आपने जातिवाद को नहीं माना तो फिर आपको म्लेच्छ भी घोषित करेगा, आपके पीछे पड़ जाएगा। कितने लोग जो सिख हुए अनटचेबल्स में से, कितने लोग जो मुसलमान हुए, कितने लोग ईसाई हुए, वो लोग धर्म परिवर्तन के बाद में ये समझ रहे थे अब हम सुरक्षित हो गए। क्या उन्होंने आज भी सुरक्षित छोड़ा है? वो चुटिया में गांठ लगा लेता है, वो नहीं भूलता। आप इतिहास भूल गए होंगे, वो इतिहास नहीं। अगर जब तक आप वैचारिक दृष्टि स्पष्ट नहीं है, आइडियोलॉजिकली क्लियर नहीं है, पक्ष विपक्ष को जानते नहीं है, सत्य का को नहीं समझ, सत्य झूठ का फर्क नहीं समझते, इसलिए संतों ने सत्य नाम दिया। सत्य ही सर्वोपरि है, और सत्य निष्पक्ष आदमी को मिलता है, पक्षपाती को नहीं मिलता है। इसीलिए कबीर साहब ने कहा कि पक्षपात मत कीजिए, कहें कबीर विचार, कोई पक्षपात मत करो। पक्षपात से यही कारण है कि आज ब्राह्मण को इतना सब सुनने के बाद ही वो कहता है कि ये निरपेक्ष निष्पक्ष है। तो इसलिए चला जाता है जब बात आती है। सत्य का सहारा लेना है हमको, और सत्य का सहारा पक्ष विपक्ष को देख करके वैचारिक दृष्टि से जितनी हमारे अंदर स्पष्टता होगी, फिर शैतान हमको धोखा नहीं दे पाएगा, ना वो हमें कंफ्यूज कर पाएगा। विजेंद्र जी, बात ये है कि हमने ज्योग्राफी में भी पढ़ा है, आप तो ऑफिसर रैंक में रहे हैं, उसमें स्पष्ट लिखा था कि जो आर्यन जो सिविलाइजेशन है वो 2000 साल पुरानी है, और जो सिंधु घाटी सभ्यता इंडस वैली सिविलाइजेशन है वो 5000 साल पुरानी है। और जो हमारे लोग हैं वो सिंधु घाटी से आए हैं, तो आर्यन पुराने कैसे हो गए उनसे? वो तो पुराने है ही नहीं है। वो अपने आप को सनातन कहते हैं, ये भी उनका एक छलावा ही है, धोखा ही है, इसके अलावा कुछ भी नहीं है। ये यदि इसको अच्छे से माना जाए तो ये लोग झूठ बोल रहे हैं, मगर इनकी टक्कर जो है वो अनजान लोगों से पड़ती है। जब ज्ञानी लोगों से पड़ेगी ना तो फिर ये अपने आप बैकफुट पर चले जाते हैं। ये हमेशा ही स्पष्ट होता रहा है। हम इसीलिए वॉइस ऑफ मानवता पर भी मेघराज जी भी कहते हैं। एक बात मैं और कहना चाहूंगा, कहना चाहूंगा। देखिए, ये अमेरिका में एक बहुत बड़ी स्कॉलर हुई है आजकल, ऑड्री ट्रुस्की, उसके पीछे पड़े हुए हैं आरएसएस वाले। अभी एक योगा की क्लास चला रहे थे, तो उसमें पता चला कि उनका जन्मदिन था 21 तारीख का, हेड गोलवलकर का, जो फाउंडर है आरएसएस के। उस तारीख को इन्होंने, उनकी इतनी बड़ी तौन बड़ी हुई थी पोर्ट वैली, उन्हें क्या योग से लेना था, लेकिन योग के नाम से। तो इतिहास के साथ में जो घोटाला हुआ है, इसको जब तक हम ठीक से नहीं जानते, बाबा साहब अम्बेडकर कबीरपंथी परिवार में हुए थे, उनको बहुत सारी चीजें जन्म से मिली थी, ये रेवेलियन स्पिरिट मिली थी। उन चीजों को जब तक हम नहीं जानते,
हम स्पष्ट दिशा समाज को नहीं दे सकते। बिल्कुल, तो ये संतों की दृष्टि बड़ी स्पष्ट थी, जो मैंने आपको बताया कि उन्होंने पहली रमैनी में ही कह दिया है कि जो मनुष्य में भेदभाव की दीवारें खड़ी करता है, उससे बड़ा कोई चोर, उससे बड़ा कोई दुराचारी, उससे बड़ा कोई कुकर्म नहीं है। ये संतों की वाणी है। मानव जाति एक है, गुरु के लिए गुरु वही है जो कि समता में, प्रेम में विश्वास करे। बिल्कुल बिल्कुल। और क्योंकि संता मानो दूता डानो एक कुटवारी मेरी, जो भगत कबीर जी का रास्ता है ना, वो यही है कि संतों की बात माननी है, और जो दुष्ट प्राणी जो धर्म के नाम पर झूठ फैला रहे हैं उनको जवाब देना है। और यही मेरे जीवन का लक्ष्य है। उन्होंने बताया कि यही मेरे जीवन का लक्ष्य है, संता मानो दूता डानो, दूतों को दंड देना, आज मैंने उनका विरोध करना। आज मैंने वो ऑड्री ट्रुस्की पे 4 मिनट का एक वीडियो देखा, तो मैं इस निष्कर्ष पे पहुंचा कि ये अमेरिका वालों को धोखा नहीं दे सकते। इनके बुद्धि में उनके दादा हैं वो। तो मुझे लगता है कि ये जो गलत दरवाजे खोल रहे हैं, अब इनकी पोल खुलने का समय आ गया है। बिल्कुल बिल्कुल। गुरबाणी में भगत साहिबान ने ये पोल ही इनकी खोली है। इनकी जो गुरबाणी की हम जब मूल्यांकन करते हैं, व्याख्या करते हैं, तो ये पोल खुलने की लोगों को एक जो सही जानकारी है धर्म के प्रति, अध्यात्म के प्रति, वही देने की बात जो है गुरु साहिबान और भगत साहिबानों ने हमेशा की है। जैसे मूर्ति पूजा का विरोध की बात आती है, जब ये शब्द आता है, जो तुम ब्राह्मणी जाया तो आन बाट का नहीं आया, ये तुम अपने आप को ऊंचा समझते हैं तो फिर तुम दूसरे रास्ते से क्यों नहीं आए। इतनी बात कर जानी एक गट्स जिसे कहते हैं, गड़स जिसे कहते हैं पंजाबी में, ये इसकी निशानी है, दलेरी की निशानी है। ये आम आदमी नहीं कोई बात कर सकता। उन्होंने हमें ऐसा बनाया है कि हम आज यदि कुछ कहने के काबिल हुए हैं, ये भगत कबीर जी की, गुरु नानक साहब की कृपा है। यदि हम बोल रहे नहीं तो हम भी उनके साथ में विपरण की रीत में पड़े होते ना। आज हम उनकी बात नहीं करते, ये इसलिए कर रहे हैं कि भगत साहिबानों ने, गुरु साहिबानों ने हमें यही शिक्षा दी है कि झूठ का जो है वो साथ नहीं देना है, सत्य के साथ हमेशा खड़े रहना, चाहे आपकी गिनती कम भी हो। हमारी गिनती कम है ना, नो मैटर अबाउट दैट, मगर ये जो विचारक जो चीजें हैं, जो हमारे उपदेशात्मक विचार जो है, वो हमेशा ही हमें प्रेरणा जो है देते रहे हैं और देते रहेंगे। सरदार मेघराज सिंह जी, तुसी अपने विचार रखो जी। हुण तुसी आ गए तो हुण तुसी रखो। वाहिगुरु जी का खालसा, वाहिगुरु जी का फतेह। 2-3 पॉइंट रखे आप सभी ने। मतलब तो जात पात की बात करिए, जनेऊ की बात कर रहे हैं, और दूसरी मतलब ये जो ब्राह्मण है जो बताते ना भी घर की तरफ नहीं जाना है, ये 2-3 इशारे कर दे। मतलब जिस साइड में किसी के लोगों को फायदा होना हो, उस साइड वो बता देते कि उधर मतलब गलत चीज है, उधर मत जाइए। तो जैसे मंदिरों के बाहर लिखा होता है ना कि शूद्रों को मंदिरों में जाना मना है। इसका मतलब क्या है कि मंदिर जो है वो पहले बुद्ध मठ थे, तो 95% जो है ना बुद्ध मठ है, जिनके पास में ये लिख दिया गया बाहर के भी शूद्रों को अंदर जाना मना। अगर ये अंदर जाएंगे तो पहचान लेगा मंदिरों को, मतलब मठों को पहचान लेगा, मार्ग बाहर निकालेंगे इनको। दूसरी बात है, ये जो जात पात की बात की है, जात पात और वर्ण व्यवस्था, ये धर्म हो ही नहीं सकता। हम इसको कंडेम कर रहे हैं। अगर किसी में हिम्मत है इस पे जात पात वाला, अगर वर्ण व्यवस्था वाला धर्म मानते ना, तो हम धर्म के मसले पर उनसे विचार चर्चा करने में तैयार बैठे। और वो दूसरी बात, अगर वो कहते हैं भी हम हराने का मतलब नहीं हमारा, सिर्फ ज्ञान सीखने का, सिखाने का मतलब है। अगर वो हराना भी चाहते हैं, अरे हारना भी चाहते हैं, तो भी हम तैयार है। तो इसमें जो है ना, दूसरी बात आप सभी ने की है कि मतलब कन्वर्ट जो है ना, इसमें जैसे बेजिंदर सिंह बोल रहे थे भी बहुत सारे कन्वर्ट हुए ना, कन्वर्ट उसमें कोई नहीं हुआ है, क्योंकि शूद्र जो है वो गुलामी का दूसरा नाम है। और वहां से मतलब निकलने का मतलब है कि हम आजादी की तरफ चले गए, गुलामी से निकलकर आजाद हो गए। यानी कि सिख धर्म में जो है, इसका मतलब सिख धर्म अपनाया, उन्होंने अपनाया, वो कन्वर्ट नहीं हुए, उन्होंने सिख धर्म को अपनाया, मतलब धर्म में आगे हुए, ना कि पहले अधर्मी थे, वो धर्म वाले हो गए। बस इतना कह सकते हैं। बिल्कुल, क्योंकि यहाँ पर हक और हकूक की बात जब होती है, तो सिख धर्म जो है, उन्होंने जुलाहे को जुलाहा नहीं रहने दिया, जो और नीची जात बड़ा है उसको उसका नहीं रहने दिया, उसने सिख बना दिया सिर्फ। और उसके साथ में जुलाहा भी कट गया, उसके साथ में चमार भी कट गया, उसके साथ में जो उसकी पुरानी जाति वो सारी खत्म हो गई।
जब वो सिख में आ गया, जब उसमें कुछ भी ऐसी बात नहीं रही, और उसको पूरे हक हकूक जो है, जो आम सिख पहले करता था, वही हक हकूक उसको मिल जाते हैं। गुरबानी का पाठ कर सकता है, उसका प्रचार प्रसार कर सकता है, ये सभी चीजें उसमें शामिल हो जाती हैं। भाई दिलबाग सिंह जी, ਤੁਸੀਂ ਕੋਈ ਗੁਰਬਾਣੀ ਦਾ ਸ਼ਬਦ ਭਗਤ ਕਬੀਰ ਜੀ ਦਾ ਛੋਣਾ ਚਾਹੋ ਤੇ ਛੋ ਸਕਦੇ ਆ। ਆਪਾਂ ਤਾਂ ਹੁਣ ਟਾਈਮ ਥੋੜਾ ਲਿਮਟਿਡ ਹੈ, ਆਪਾਂ ਹੁਣ ਸਮਾਪਤੀ ਵੱਲ ਨੂੰ ਵੀ ਜਾਵਾਂਗੇ। ਹਾਂਜੀ, ਮੈਂ ਅਖੀਰ ਤੇ ਇਹੀ ਕਹਾਂਗਾ ਜੀ ਕਿ ਭਗਤ ਕਬੀਰ ਸਾਹਿਬ ਦੇ ਸ਼ਲੋਕ ਅੱਜ ਵੀ ਬੜੇ ਪ੍ਰਚਲਿਤ ਨੇ ਸਿੱਖ ਜਗਤ ਅੰਦਰ। ਬੜੇ ਠੇਠ ਸ਼ਬਦਾਵਲੀ ਦੇ ਵਿੱਚ ਉਹਨਾਂ ਨੇ ਉਚਾਰਨ ਕੀਤੀ ਹੋਈ ਹੈ। ਆਪਣੀ ਸਾਰੀ ਬਾਣੀ ਸਰਲ ਬਾਣੀ ਹੈ। ਤਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਉਹਨਾਂ ਨੇ ਵੰਗਾਰਿਆ ਹੈ ਹਮੇਸ਼ਾ ਜ਼ੁਲਮ ਨੂੰ, ਕਿ ਤਬ ਜਾਣਨ ਕੋ ਜਬ ਟੁਕੜੇ ਕੋ ਪਾਜ, ਉਹਨਾਂ ਨੇ ਪਾਜ ਹੀ ਉਘੇੜੇ ਨੇ। ਤਾਂ ਇਹ ਸਪਸ਼ਟ ਸੀ ਕਿ ਸਾਨੂੰ ਇਸ ਗੱਲ ਤੋਂ ਸੰਦੇਸ਼ ਮਿਲਦਾ ਹੈ ਕਿ ਭਗਤ ਕਬੀਰ ਜੀ ਹਮੇਸ਼ਾ ਪਰਮੇਸ਼ਰ ਦੀ ਛਤਰ ਛਾਇਆ, ਸੱਚੀ ਸਰਕਾਰ ਦੀ ਹਕੂਮਤ ਨੂੰ ਹੀ ਪ੍ਰਵਾਨ ਕਰਦੇ ਸੀ। ਤੇ ਤਾਂ ਹੀ ਉਹਨਾਂ ਨੇ ਕਿਹਾ ਕੋ ਹਾਰ ਸਮਾਨ ਨਹੀਂ ਰਾਜਾ, ਇਹ ਭੂਪਤ ਸਰ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਇਹ ਜਿਹੜੀਆਂ 4 ਦਿਨਾਂ ਦੀਆਂ ਦਾਅਵੇਦਾਰੀਆਂ ਕਰਨ ਵਾਲੇ ਮਨੁੱਖਾਂ ਦੇ ਤੇ ਜ਼ੁਲਮ ਕਰਦੇ ਨੇ, ਲੋਕਾਂ ਦਾ ਹੱਕ ਲੁੱਟਦੇ ਨੇ। ਤਾਂ ਇਹਨਾਂ ਦੀ ਤਸਵੀਰ ਪੇਸ਼ ਕੀਤੀ ਹੈ ਭਗਤ ਕਬੀਰ ਸਾਹਿਬ ਨੇ ਆਪਣੇ ਸ਼ਬਦਾਂ ਦੇ ਵਿੱਚ। ਸੋ ਬਹੁਤ ਹੀ ਸਨਮਾਨ ਹੈ ਭਗਤ ਕਬੀਰ ਜੀ ਦਾ, ਬਹੁਤ ਸਤਿਕਾਰ ਹੈ ਸਦਾ ਵਾਸਤੇ, ਕਿਉਂਕਿ ਅਕਸਰ ਹੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ। ਮੈਂ ਅਖੀਰ ਤੇ ਕਹਾਂਗਾ ਕਿ ਇਹ ਵਿਦਵਾਨਾਂ ਦੀ ਇਹ ਵੀ ਰਾਏ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਤੇ ਗਏ, ਪ੍ਰਚਾਰ ਫੇਰੀਆਂ ਤੇ ਗਏ ਬਾਬਾ ਨਾਨਕ, ਤੋਂ ਬਨਾਰਸ ਕਿਹਾ ਜਾਂਦਾ ਹੈ ਕਿ ਕਬੀਰ ਸਾਹਿਬ ਨਾਲ ਮਿਲਾਪ ਵੀ ਹੋਇਆ। ਤਾਂ ਕਬੀਰ ਸਾਹਿਬ ਦੀ ਬਾਣੀ ਉਹਨਾਂ ਨੇ ਆਪਣੇ ਕੋਲ ਸੰਭਾਲੀ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ, ਬੜੀ ਕਿਰਪਾ ਕੀਤੀ ਕਿ ਸਦਾ ਵਾਸਤੇ ਇੰਨੀ ਬਰਾਬਰਤਾ ਦਿੱਤੀ ਹੈ ਗੁਰਬਾਣੀ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਨੂੰ ਵੀ ਨਾਲ, ਕਿ ਅੱਜ ਜਿੱਥੇ ਗੁਰੂ ਸਾਹਿਬਾਂ ਦੀ ਬਾਣੀ ਦਾ ਹੁਕਮਨਾਮਾ ਆਉਂਦਾ ਹੈ, ਉੱਥੇ ਕਬੀਰ ਸਾਹਿਬ, ਰਵਿਦਾਸ ਜੀ, ਇਹਨਾਂ ਸਾਰੇ ਭਗਤਾਂ ਦੀ ਬਾਣੀ ਦਾ ਹੁਕਮਨਾਮਾ ਵੀ ਬਰਾਬਰ ਹੀ ਆਉਂਦਾ ਹੈ। ਤਾਂ ਜੁਗੋ ਜੁਗ ਅਟਲ ਬਾਣੀ ਹੈ, ਜੁਗੋ ਜੁਗ ਅਟਲ ਭਗਤਾਂ ਦੀ ਇਹ ਸ਼ਖਸੀਅਤ ਹੈ। ਅਸੀਂ ਬੜੇ ਸਤਿਕਾਰ ਨਾਲ ਉਹਨਾਂ ਦੇ ਬਾਣੀ ਦੇ ਕੀਰਤਨ ਦੇ ਰੂਪ ਵਿੱਚ ਵੀ ਸ਼ਬਦਾਂ ਦਾ ਲਾਹਾ ਲੈਂਦੇ ਆ, ਤੇ ਹੁਕਮਨਾਮਿਆਂ ਦੇ ਰੂਪ ਵਿੱਚ ਵੀ ਲੈਂਦੇ ਆ, ਅਰਥਾਂ ਦੇ ਰੂਪ ਵਿੱਚ ਵੀ ਲੈਂਦੇ ਆ। ਸੋ ਜਿਹੜੀ ਗੱਲ ਡਾਕਟਰ ਕਿਰਪਾਲ ਸਿੰਘ ਜੀ ਨੇ ਕੀਤੀ ਸੀ, ਮੈਂ ਉਹਨੂੰ ਐਪਰੀਸ਼ੀਏਟ ਕਰਦਾ ਹਾਂ ਕਿ ਸਾਨੂੰ ਜ਼ਰੂਰਤ ਹੈ ਅੱਜ ਮਨੁੱਖਤਾ ਦੀ ਹਾਮੀ ਭਰਦੀ ਹੈ ਬਾਣੀ ਕਬੀਰ ਸਾਹਿਬ ਦੀ, ਤੇ ਮਨੁੱਖਤਾ ਨੂੰ ਕਲਾਵੇ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦਾ ਕਰ ਲੈਂਦਾ ਹੈ। ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਵਾਇਸ ਆਫ ਮਾਨਵਤਾ ਚੈਨਲ ਦੀ ਸਾਰੀ ਕੋਸ਼ਿਸ਼ ਹੈ ਕਿ ਖਾਸ ਕਰਕੇ ਜਿਹੜੇ ਬਾਕੀ ਬੋਲੀ, ਹਿੰਦੀ ਬੋਲੀ ਦੇ ਵਿੱਚ ਬਾਕੀ ਲੋਕ ਜਿਹੜੇ ਭਾਰਤ ਦੇ ਵਿੱਚ ਰਹਿੰਦੇ ਨੇ, ਉਹਨਾਂ ਤੱਕ ਇਸ ਘਰ ਗੁਰੂ ਨਾਨਕ ਸਾਹਿਬ ਦੇ ਘਰ ਦੀ ਆਵਾਜ਼ ਪਹੁੰਚਾਈ ਜਾਵੇ। ਤਾਂ ਅਸੀਂ ਵੀ ਆਪਣੀ ਟੀਮ ਵੱਲੋਂ, ਮੈਂ ਗੁਰੂ ਸਾਹਿਬ ਅਸੀਸ ਬਖਸ਼ਣ, ਵਿਸ਼ਵਾਸ ਦਿਵਾਉਣਾ ਹੈ ਕਿ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੈਂਪਿੰਗ ਸੈਮੀਨਾਰ ਜਿਹੜੀ ਕਰਦੇ ਹਾਂ, ਉਹਦੇ ਵਿੱਚ ਅਸੀਂ ਬਾਕੀ ਜਿਹੜੇ ਅਦਰ ਸ਼੍ਰੇਣੀਆਂ ਦੇ ਲੋਕ ਨੇ ਉਹਨਾਂ ਤੱਕ ਵੀ ਅਸੀਂ ਕਬੀਰ ਸਾਹਿਬ ਦੀ ਜਿਹੜੀ ਆਵਾਜ਼ ਹੈ, ਗੁਰਬਾਣੀ ਦੀ ਆਵਾਜ਼, ਉਹਨੂੰ ਪਹੁੰਚਾ ਸਕੀਏ ਜੀ। ਸੋ ਇਹਨਾਂ ਕਹਿੰਦਾ ਹੋਇਆ ਮੈਂ ਆਪ ਸਾਰਿਆਂ ਦਾ ਬਹੁਤ ਧੰਨਵਾਦ ਵੀ ਕਰਦਾ ਹਾਂ, ਤੇ ਵਾਇਸ ਆਫ ਮਾਨਵਤਾ ਚੈਨਲ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹਾਂ। ਤੇ ਕਬੀਰ ਸਾਹਿਬ ਦੇ ਅੱਜ ਦੇ ਇਸ ਸ਼ੁਭ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੈਂ ਮੁਬਾਰਕਬਾਦ ਦਿੰਦਾ ਹਾਂ। ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਧਰਮ ਸਿੰਘ ਜੀ, ਤੁਸੀਂ ਭਗਤ ਕਬੀਰ ਜੀ ਦੇ ਵਿੱਚ ਪ੍ਰਥਾਏ ਜਿਹੜੇ ਹੈਗੇ ਆ, ਆਪਣੇ ਜਿਹੜੇ ਹੈਗੇ ਆ ਸ਼ਬਦ ਜਿਹੜੇ ਹੈਗੇ ਆ, ਕਿਉਂਕਿ ਹੁਣ ਅਸੀਂ ਪ੍ਰੋਗਰਾਮ ਦੀ ਸਮਾਪਤੀ ਵੱਲ ਵੀ ਜਾ ਰਹੇ ਹਾਂ, ਤੇ ਆਪਣੇ ਵਿਚਾਰ ਜਿਹੜੇ ਆ ਗੁਰਬਾਣੀ ਦਾ ਕੋਈ ਸ਼ਬਦ ਆਪ ਜੀ ਦੇ ਜ਼ਿਹਨ ਦੇ ਵਿੱਚ ਹੋਵੇ, ਜਾਂ ਤੁਸੀਂ ਹੋਰ ਕੋਈ ਭਗਤ ਜੀ ਦੇ ਜੀਵਨ ਦੇ ਬਾਰੇ ਕੋਈ ਚਾਨਣਾ ਪਾਉਣਾ ਚਾਹੁੰਦੇ ਹੋ, ਤੇ ਜਰੂਰ ਪਾਉਣ ਦੀ ਕਿਰਪਾਲਤਾ ਕਰੋ ਜੀ। ਕਬੀਰ ਜੀ ਦੇ ਸ਼ਬਦ ਤੇ ਅਨੇਕਾਂ ਹੀ ਚੇਤੇ ਆਉਂਦੇ, ਕਿਉਂਕਿ ਜਦੋਂ ਬਾਣੀ ਪੜ੍ਹੀ ਦੀ ਆ ਤੇ ਉਹਨਾਂ ਦੇ ਸ਼ਲੋਕ ਤੇ ਉਹਨਾਂ ਦੀ ਬਾਣੀ ਜਿਹੜੀ ਆ ਉਹ ਖਾਸ ਖਿੱਚ ਰੱਖਦੀ ਆ, ਤੇ ਬੜੇ ਦ੍ਰਿੜਤਾ ਭਰਪੂਰ ਉਹਨਾਂ ਦੇ ਸ਼ਬਦ ਨੇ। ਤੇ ਹੁਣ ਮੈਂ ਇੱਕ ਗੱਲ ਕਰਦਾ ਵੀ ਉਹਨਾਂ ਦਾ ਵਾਹਿਗੁਰੂ ਜੀ ਦੇ ਉੱਪਰ ਭਰੋਸਾ, ਤੇ ਉਹ ਤੋਰੇ ਭਰੋਸੇ ਮਗਹਰ ਬਸਿਓ ਪੁਨ ਕਾਂਸੀ ਬਸੇ ਆਈ, ਭਰੋਸੇ ਦੀ ਗੱਲ। ਤੇ ਜਦੋਂ ਉਹਨਾਂ ਦੇ ਮਾਤਾ ਜੀ ਨਾਰਾਜ਼ ਹੁੰਦੇ ਆ ਤੇ ਅਫਸੋਸ ਕਰਦੇ ਆ ਕਿ ਮੁੱਛ ਮੁੱਛ ਰੋਵੈ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੈ ਰਘੁਰਾਈ, ਤਨਨਾ ਬੁਨਾ ਸਭ ਤਜੋ ਹੈ ਕਬੀਰ, ਰਾਮ ਨਾਮ ਲਿਖ ਲਿਓ ਸਰੀਰ। ਤੇ ਫਿਰ ਉਹਨੂੰ ਮਾਤਾ ਨੂੰ ਉਪਦੇਸ਼ ਵੀ ਤੇ ਵਿਸ਼ਵਾਸ ਵੀ ਦ੍ਰਿੜਾਉਂਦੇ ਆ, ਕਹੋ ਕਬੀਰ ਸੁਨੋ ਮੇਰੀ ਮਾਈ, ਹਮਰਾ ਇਨਕਾ ਆਖਾ ਏਕ ਰਘੁਰਾਈ। ਤੇ ਜਿਹੜੀ ਗੱਲ ਚੱਲੀ ਸੀਗੀ ਕਿ ਅਵਲ ਅੱਲਾ ਨੂਰੋ ਪਾਇਆ, ਕਬੀਰ ਜੀ ਨੇ ਇਹ ਨਹੀਂ ਕਿ ਬ੍ਰਾਹਮਣ ਨੂੰ ਕੱਲੇ ਤਾੜ ਨਾ ਦਿੱਤੀ, ਉਹਨਾਂ ਨੇ ਇੱਕ ਗੱਲ ਇਹ ਵੀ ਬੜੀ ਪਿਆਰੀ ਕਹੀ ਆ, ਕਹੋ ਕਬੀਰ, ਇਹ ਕਹੀ ਕਹੋ ਕਬੀਰ ਜੋ ਬ੍ਰਹਮ ਵਿਚਾਰਾ
ਸੋ ਬ੍ਰਾਹਮਣ ਕਹੀਅਤ ਹੈ ਹਮਾਰਾ, ਕਿ ਜਿਹੜਾ ਬ੍ਰਹਮ, ਜਿਵੇਂ ਗੁਰੂ ਸਾਹਿਬ ਜੀ ਨੇ ਵੀ ਕਿਹਾ ਨਾ ਕਿ ਚੌ ਵਰਨਾ ਕੋ ਦੇ ਉਪਦੇਸ਼ ਤੇ ਉਸ ਪੰਡਤ ਕੋ ਸਦਾ ਆਦੇਸ਼, ਤੇ ਇਹਨਾਂ ਨੇ ਇੱਥੇ ਇਹ ਵੀ ਕਿਹਾ ਕਿ ਜਿਹੜਾ ਬ੍ਰਹਮ ਦੀ ਵਿਚਾਰ ਕਰਨ ਵਾਲਾ, ਹੁਣ ਭਗਤ ਰਾਮਾਨੰਦ ਜੀ ਬ੍ਰਾਹਮਣ ਸੀਗੇ ਪਰ ਉਹਨਾਂ ਦੇ ਅੰਦਰ ਉਹ ਬ੍ਰਹਮ ਨਹੀਂ, ਤੇ ਇਹ ਭਗਤ ਜੈਦੇਵ ਜੀ ਵੀ ਬ੍ਰਾਹਮਣ ਸੀਗੇ। ਤੇ ਇਸ ਕਰਕੇ ਇੱਥੇ ਗੱਲ ਜਿਹੜੀ ਕਿਸੇ ਇਹ ਨਹੀਂ ਕਿ ਜਾਤ ਨੂੰ ਭੰਡ ਕੇ ਦੂਸਰੀ ਦੀ ਗੱਲ ਇਹ ਆ ਕਿ ਜਿਹੜੀ ਮਨੁੱਖਤਾਵਾਦੀ ਜਿਹੜੀਆਂ ਗੱਲਾਂ ਕਰਨ ਵਾਲਾ ਕੋਈ ਵੀ ਆ ਉਹ ਸਤਿਕਾਰਯੋਗ ਆ, ਤੇ ਜਿਹੜਾ ਮਾਨਵਤਾ ਦੇ ਵਿੱਚ ਵੰਡੀਆਂ ਪਾ ਕੇ ਕਿਸੇ ਨੂੰ ਨੀਵਾਂ, ਕਿਸੇ ਆਪ ਉੱਚਾ ਬਣ ਕੇ ਬੈਠ ਕੇ ਭਰਮ ਜਾਲ ਫੈਲਾ ਕੇ ਤੇ ਉਹ ਕਰਦਾ ਆ ਦੂਸਰਿਆਂ ਦਾ ਸ਼ੋਸ਼ਣ, ਉਹਦਾ ਜ਼ਰੂਰ ਖੰਡਨ ਕੀਤਾ ਕਿ ਗੱਜ ਗੱਜ ਸਾਢੇ ਤੈ ਧੋਤੀਆਂ ਤੇਹਰੇ ਪਾਇਨ ਤੱਗ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਆਂ ਠੱਗ। ਤੇ ਇਸ ਕਰਕੇ ਇਹ ਉਹਨਾਂ ਦਾ ਉਪਦੇਸ਼ ਜਿਹੜਾ ਸਾਡੇ ਲਈ ਸਾਰਿਆਂ ਲਈ ਚਾਨਣ ਮੁਨਾਰਾ। ਬਿਲਕੁਲ ਬਿਲਕੁਲ, ਕਿਉਂਕਿ ਇਹ ਗੱਲ ਹੈ ਜੀ ਵੀ ਜਿਹੜਾ ਤਾਂ ਸਰੀਰ ਦੀ ਧਾਰਮਿਕ ਚਿੰਨ੍ਹ ਪਾ ਕੇ ਆਪਣੇ ਆਪ ਨੂੰ ਦਿਖਾਉਂਦਾ ਕਿ ਮੈਂ ਪੰਡਤ ਐ, ਮੈਂ ਤੇਰਾ ਤੱਗ ਪਾਇਆ ਤੇ ਧੋਤੀਆਂ ਵੀ ਬਣੀਆਂ ਤੇ ਮੈਂ ਸੂਤ ਜਨੇਊ ਟੋਪੀ ਜੋ ਵੀ ਇਹਨਾਂ ਦੇ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਆਪਣੀਆਂ ਕਰਦਾ ਹੈਗਾ, ਉਹ ਚੀਜ਼ ਨੂੰ ਮਾਨਤਾ ਨਹੀਂ ਦਿੱਤੀ ਭਗਤ ਜੀ ਨੇ ਵੀ ਤੇ ਗੁਰੂ ਸਾਹਿਬਾਨਾਂ ਨੇ ਵੀ। ਮਗਰ ਜੇ ਕੋਈ ਬ੍ਰਹਮ ਦੀ ਵਿਚਾਰ ਕਰਦਾ, ਜੋ ਪ੍ਰਮਾਤਮਾ ਦੇ ਨਾਲ ਸਹੀ ਰੂਪ ਚ ਜੁੜਿਆ, ਜਿੱਦਾਂ ਅਸੀਂ ਇਹਨਾਂ ਭਗਤ ਸਾਹਿਬਾਨਾਂ ਦੀ ਗੱਲ ਕਰਦੇ ਵੀ ਆ, ਭਗਤ ਜੈਦੇਵ ਜੀ ਦੀ ਗੱਲ ਹੁੰਦੀ ਹੈ, ਰਾਮਾਨੰਦ ਜੀ ਦੀ, ਪਰਮਾਨੰਦ ਜੀ ਦੀ ਗੱਲ, ਭਗਤ ਬੇਣੀ ਜੀ ਦੀ ਗੱਲ ਹੁੰਦੀ ਹੈ, ਤੇ ਉਸ ਵੇਲੇ ਇਹਨਾਂ ਜੇ ਭਾਵੇਂ ਉਹਨਾਂ ਦੇ ਵਿੱਚੋਂ ਹੀ ਆਏ ਮਗਰ ਉਹਨਾਂ ਵਾਲੀਆਂ ਆਦਤਾਂ ਨਹੀਂ ਸੀ, ਇਹਨਾਂ ਦੀਆਂ ਸਨਾਤਨ ਵਾਲੀਆਂ ਆਦਤਾਂ ਨਹੀਂ ਸੀ, ਇਹ ਗੁਰਮਤਿ ਦੇ ਪ੍ਰਣਾਏ ਹੋਏ ਭਗਤ ਸੀ। ਇਸ ਕਰਕੇ ਇਹਨਾਂ ਦਾ ਉਪਦੇਸ਼ ਵੀ ਜਿਹੜਾ ਹੈਗਾ ਗੁਰਬਾਣੀ ਦੇ ਵਿੱਚ ਸ਼ਾਮਿਲ ਕੀਤਾ ਗਿਆ। ਤੇ ਕਹਿਣ ਦਾ ਭਾਵ ਇਹ ਹੈ ਕਿ ਆਪਣੀ ਜੇ ਵਿਚਾਰਧਾਰਾ ਨੂੰ ਅਸੀਂ ਬਦਲ ਲਿਆ ਨਾ, ਆਪਣੀ ਵਿਚਾਰਧਾਰਾ ਨੂੰ ਸਮਾਨ ਕਰ ਲਿਆ, ਸਿੱਖ ਧਰਮ ਜਿਹੜਾ ਸਮਾਨਤਾ ਤੇ ਇਕੁਐਲਿਟੀ ਤੇ ਜਸਟਿਸ ਦੇ ਉੱਤੇ ਖੜਾ ਹੈਗਾ, ਨੇਚਰ ਜਸਟਿਸ ਜਿਹੜਾ ਹੈਗਾ। ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਭਗਤ ਕਬੀਰ ਜੀ ਦੇ ਉਪਦੇਸ਼ ਵੀ ਸਾਨੂੰ ਇਹ ਚੀਜ਼ਾਂ ਜਿਹੜੀਆਂ ਸਮਝਾਉਂਦੇ ਹੈਗੇ ਆ। ਤੇ ਬੜੇ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਭਗਤ ਸਾਹਿਬਾਨ ਦਾ ਜਿਹੜਾ ਹੈਗਾ ਆ ਪ੍ਰਕਾਸ਼ ਪੁਰਬ ਜਿਹੜਾ ਹੈਗਾ ਆ ਉਹ ਮਨਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈਗੀ ਆ। ਤੇ ਸਾਡੀ ਇਹ ਕੋਸ਼ਿਸ਼ ਮੈਂ ਜਿੱਥੇ ਤੱਕ ਸਮਝਦਾ ਕਿ ਕਾਫੀ ਹੱਦ ਤੱਕ ਸਫਲ ਵੀ ਹੋਈ ਹੈ। ਤੇ ਡਾਕਟਰ ਕਿਰਪਾਲ ਸਿੰਘ ਜੀ ਸਕਿਪ ਕਰ ਗਿਆ ਆਈ ਥਿੰਕ, ਤੇ ਮੈਂ ਸਰਦਾਰ ਮੇਘਰਾਜ ਸਿੰਘ ਜੀ ਤੁਸੀਂ ਆਪਣੇ ਵਿਚਾਰ ਰੱਖੋ ਤੇ ਆਪਾਂ ਫਿਰ ਜਿਹੜੇ ਕਿ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੈ। ਤੁਸੀਂ जनेऊ की मतलब जनेऊ की बात कर रहे हैं ना बार बार। दरअसल क्या है ना, जनेऊ ब्राह्मणों का धार्मिक चिन्ह नहीं है। अपने पहले भी चैलेंज किया था उनको, ये धार्मिक ये तो एटम बम से भी ज्यादा खतरनाक है उनके लिए। तो उसको वो जानते नहीं ब्राह्मण उसको, क्योंकि जब से ब्राह्मण एटम बम के लिए हमें उसको अगर उनको लगता है कि हम झूठ बोल रहे हैं तो हमने बार बार कहा भाई हम विचार चर्चा करने के लिए तैयार हैं। तो जब मर जाए विचार एटम बम क्यों उसको कह रहा हूँ, क्योंकि जब बचपन से उसको पहनाया जाता है तो वो उसके अंदर घमंड और उसको ये बात सिखाई जाती है कि तू आज के बाद देवता है और तू ही सब कुछ सृष्टि का मालिक है। तो घमंड बैठ गया तो घमंड ही सबसे ज्यादा खतरनाक होता है इंसान के लिए। गुरु साहब कहते हैं हो में नावे नाल विरोध है दो है ना वैसे। तो जब नाम और जब घमंड एक था तो फिर घमंड जो है ना पंडित को बचपन से लेकर लास्ट तक मारता रहता है। तो घमंड इस करके कि एटम बम एक बार मार देता है इंसान को। तो इस करके कबीरदास जी अगर किसी को लग रहा है ब्राह्मण को कि हम कबीरदास जी के बारे में झूठ बोल रहे हैं या कबीरदास जी होते तो आप ये उनके साथ विचार चर्चा कर लेते, तो हम उनके बच्चे तैयार है विचार चर्चा करने के लिए तैयार है। सबके सामने रखेंगे विचार चर्चा के लिए हमारे 5 आदमी होंगे, आपके 5000 भी ले आए तो भी चलेगा। तो हम विचार चर्चा करने के लिए तैयार है। पूरे विश्व को हम कबीरदास जी संत कबीरदास जी के जन्मदिन की बहुत बहुत बधाई देते हैं। थैंक यू। एक गल करी करना, मेघराज सिंह जी ने जेडी गल कही है ਇਹਦੀ ਪੁਸ਼ਟੀ ਵਾਸਤੇ कि कबीर जी कहते कबीर नीचे लोएन कर रहो ले साजन घट माहे सब रस खेलो पीसो किसी लिखाओ ना है। नीवे सीस करके भाव भी निम्रता च रहन दी गल आ। ਸਾਡੇ ਗੁਰਦਾਸਪੁਰ ਦੇ ਵਿੱਚ ਨਾ ਇਹਨਾਂ ਦਾ ਪੰਡੋਰੀ ਮਹੰਤਾਂ ਇੱਕ ਇਹਨਾਂ ਦਾ ਵਿਦਿਆਲਾ ਆ ਬਹੁਤ ਵੱਡਾ, ਉੱਥੋਂ ਪੜ੍ਹ ਕੇ ਤੇ ਵੱਡੇ ਵੱਡੇ ਮੰਦਿਰਾਂ ਚ ਪੁਜਾਰੀ ਜਾ ਕੇ ਲੱਗਦੇ ਨੇ। ਤੇ ਉੱਥੇ ਉਹਨਾਂ ਨੂੰ ਇਹ ਸਿਖਾਇਆ ਜਾਂਦਾ ਕਿ ਕਦੇ ਵੀ ਸਿਰ ਨੀਵਾਂ ਨਹੀਂ ਕਰਨਾ, ਏਦਾਂ ਤਾਂ ਰੱਖ ਕੇ ਤੇ ਚੱਲਣਾ ਆ। ਉੱਥੇ ਸਿੱਖਿਆ ਹੀ ਇਹ ਦਿੱਤੀ ਜਾਂਦੀ ਹੈ। ਠੀਕ ਕਿਹਾ। ਹਾਂਜੀ ਹਾਂਜੀ। ਤੇ ਉਹ ਫਿਰ ਮਹਾਰਾਜ ਨੇ ਫਿਰ ਬਾਣੀ ਚ ਕਹਿਣਾ ਨੀਚੇ ਲੋਇਨ ਕਿਉਂ ਕਰੋ ਸਭ ਕੁਝ ਦੇਖੋ ਪੀਓ, ਉਹ ਤਾਂ ਸਾਰੇ ਪਾਸੇ ਮੈਂ ਕਾਲੇ ਨਹੀਂ ਆਖਿਆ ਕਰਾਂ ਹਨਾ ਕਿ ਨਹੀਂ। ਤੇ ਮੈਂ ਵੀ ਫਿਰ ਉਹ ਚੀਜ਼ ਨੂੰ ਕਲੈਰੀਫਾਈ ਮਹਾਰਾਜ ਨੇ ਜਿਹੜਾ ਕੀਤਾ ਹੈਗਾ ਪੰਚਮ ਪਾਤਸ਼ਾਹ ਨੇ ਭਗਤ ਕਬੀਰ ਜੀ ਦੇ ਸਲੋਕ ਨੂੰ ਹੋਰ ਅੱਗੇ ਜਦੋਂ ਵਧਾਇਆ ਤੇ ਉਹ ਕਹਿੰਦੇ ਰੱਬ ਤਾਂ ਸਾਰੇ ਪਾਸੇ ਉੱਤੇ ਵੀ ਹੈ ਥੱਲੇ ਵੀ, ਮੈਂ ਹੁਣ ਨੀਵੇਂ ਅੱਖਾਂ ਕਰਕੇ ਤੁਹਾਡੇ ਸਾਹਮਣੇ ਕਿਉਂ ਤੁਰਾਂ।
ਕਿ ਨਹੀਂ? ਮੈਨੂੰ ਤਾਂ ਨਹੀਂ ਤੁਰਿਆ ਜਾਂਦਾ ਤੁਹਾਡੇ ਸਾਹਮਣੇ ਨੀਵੀਆਂ ਅੱਖਾਂ ਕਰਕੇ। ਕਹਿਣ ਦਾ ਭਾਵ ਇਹ ਹੈ ਕਿ ਚੈਲੰਜ ਕੀਤਾ ਹਰ ਗੱਲ ਦੇ ਉੱਤੇ ਆ ਕੇ, ਜਦੋਂ ਨਿਸ਼ਕਸ਼ ਨਿਕਲਦਾ ਨਾ ਇਹ ਚੀਜ਼ ਦਾ, ਭਗਤ ਕਬੀਰ ਜੀ ਦੀ ਬਾਣੀ ਜਿਹੜੀ ਹੈਗੀ ਆ ਉਹ ਸੱਟ ਮਾਰਦੀ ਹੈ। ਤੇ ਇਹਦੇ ਇਸੇ ਕਰਕੇ ਭਗਤ ਕਬੀਰ ਜੀ ਦੇ ਨਾਂ ਦੇ ਉੱਤੇ ਇਹਨਾਂ ਲੋਕਾਂ ਨੇ ਆਪਣੇ ਕੋਲੋਂ ਸ਼ਲੋਕ ਵੀ ਬਣਾਏ ਆਪਣੇ ਕੋਲੋਂ। ਤੇ ਮਗਰ ਜਿਹੜਾ ਖਰਾ ਸੋਨਾ ਤੇ ਡੁਪਲੀਕੇਟ ਸੋਨਾ ਦੂਰੋਂ ਪਛਾਣਿਆ ਜਾਂਦਾ, ਪਤਾ ਲੱਗ ਜਾਂਦਾ, ਜਦੋਂ ਜਿਹੜਾ ਜ਼ੋਰੀ ਹੈ ਨਾ ਉਹ ਪਛਾਣਿਆ ਜਾਂਦਾ। ਮਗਰ ਉਹਨਾਂ ਨੇ ਸਨਾਤਨ ਵਾਲੇ ਜਿਹੜੇ ਦਰਸ਼ਨ ਹੈ, ਤੁਸੀਂ ਕਈ ਵਾਰੀ ਉਹਨਾਂ ਦੇ ਨਾਲ ਗੱਲ ਕਰਕੇ ਦੇਖੋ ਤੇ ਉਹਨਾਂ ਨੇ ਆਪਣੇ ਕੋਲੋਂ ਹੀ ਕਬੀਰ ਦਾ ਨਾਮ ਲੈ ਕੇ ਨਾ ਜਿਹੜੇ ਹੈਗੇ ਆ ਆਪਣੇ ਕੋਲੋਂ ਹੀ ਗੱਲਾਂ ਜਿਹੜੀਆਂ ਬਣਾਈਆਂ ਹੈਗੀਆਂ, ਇਹ ਉਹਨਾਂ ਦੀਆਂ ਚੱਲਦੀਆਂ ਹੈਗੀਆਂ, ਉਹ ਚਲਾਉਣ ਦੀ ਕੋਸ਼ਿਸ਼ ਕਰਦੇ। ਤੇ ਜਦੋਂ ਉਹ ਬੈਠਦੇ ਹੈਗੇ ਗੁਰਬਾਣੀ ਵਾਲਿਆਂ ਦੇ ਨਾਲ, ਗੁਰੂ ਦੇ ਸਿੱਖਾਂ ਦੇ ਨਾਲ, ਜਿਨ੍ਹਾਂ ਕੋਲ ਉਹਨਾਂ ਦਾ ਅਸਲ ਸਰਮਾਇਆ ਜਿਹੜਾ ਮੌਜੂਦ ਹੈ, ਤੇ ਫਿਰ ਉਹਨਾਂ ਨੂੰ ਭਾਜਣਾ ਜਿਹੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਉਹਨੂੰ ਫਿਰ ਪਤਾ ਲੱਗ ਜਾਂਦਾ ਵੀ ਹੁਣ ਇਹ ਖਰਾ ਸੋਨਾ ਹੋਣ ਲੱਗਾ, ਡੁਪਲੀਕੇਟ ਨਹੀਂ ਹੁਣ ਚੱਲ ਸਕਦਾ। ਤੇ ਕਿਉਂਕਿ ਭਗਤ ਕਬੀਰ ਜੀ ਨੇ ਤਾਂ ਨਰਕ ਤੇ ਸੁਰਗ ਦੋਨਾਂ ਦਾ ਕਿਹਾ ਕਿ ਕਹੋ ਕਬੀਰ, ਯਾਨੀ ਕਿ ਦੋਨਾਂ ਨੂੰ ਰੱਦ ਕਰ ਦਿੱਤਾ ਹੈ ਨਾ। ਤੇ ਹਾਂਜੀ ਹਾਂਜੀ, ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਕਿਉਂਕਿ ਪੰਡਤ ਇਸ ਚੀਜ਼ ਚ ਭਰਮਾਉਂਦਾ ਸੀ ਦੁਨੀਆ ਦੇ ਵਿੱਚ, ਤੂੰ ਚੰਗਾ, ਤੂੰ ਸਾਡੇ ਨਾਲ ਰਹੂੰਗਾ ਤੈਨੂੰ ਸੁਰਗਾਂ ਚ ਲੈ ਜਾਵਾਂਗੇ, ਨਹੀਂ ਤਾਂ ਤੂੰ ਨਰਕਾਂ ਚ ਜਾਊਂਗਾ, ਤੁਸੀਂ ਨਰਕਾਂ ਦੇ ਵਿੱਚ ਆ। ਤੇ ਭਗਤ ਕਬੀਰ ਜੀ ਨੇ ਤਾਂ ਫਿਰ ਕਿਹਾ ਵੀ ਅਸੀਂ ਤਾਂ ਦੋਨਾਂ ਨੂੰ ਰੱਦ ਕਰਦੇ, ਨਾ ਸਾਨੂੰ ਸਵਰਗ ਚਾਹੀਦਾ ਤੇ ਨਾ ਨਰਕ ਚ ਅਸੀਂ ਪੈਣਾ ਨਹੀਂ, ਤੇ ਸਵਰਗ ਤੁਹਾਡਾ ਸਾਨੂੰ ਪਸੰਦ ਨਹੀਂ। ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਮਹਾਰਾਜ ਨੇ ਭਗਤ ਕਬੀਰ ਜੀ ਨੇ ਜਿਹੜਾ ਹੈਗਾ ਆ ਉਹ ਸ਼ਾਮਿਲ ਕੀਤੀਆਂ। ਤੇ ਬੜੇ ਕਮਾਲ ਦੀ ਜਿਹਦੀ ਭਗਤ ਸਾਹਿਬਾਨ ਦੀ ਜਿਹੜੀ ਹੈਗੀ ਵਿਚਾਰਧਾਰਾ। ਵਿਜੇंद्र ਸਿੰਘ जी, ਤੁਸੀਂ अपने लास्ट कमेंट्स रखिए अपने, और हम फिर प्रोग्राम की समाप्ति करेंगे। बस अब निष्कर्ष यही है कबीर का कि प्रेम से बढ़कर के कुछ भी नहीं है। मानव जाति को न्याय में, समता में, प्रेम में, यही सबसे बड़ा धर्म है। एक उनका एक मुझे वो शब्द याद आ रहा था, आज की तारीख में बिल्कुल फिट बैठता है वो राजनीति में, कि कोस नगर करे कोतवालिया। इस कोतवाली, इस शहर की कोतवाली का चार्ज को कौन संभाले? कोस नगर करे कोतवालिया, मांस फैलाए गिद्ध रखवालिया। मांस फैला करके गिद्धों को रखवाली के लिए बैठाया हुआ है। और मूस भई गांव नाव मंझार कणरिया, सोवे दादुर सर पहरिया। कहा देखे इस मेढक बेवकूफ को देखो, सांप के पहरे में सोने को तैयार हो गया है। इसको तो वो हजम करना ही करना है। और बैल ब्याह गाय भई बंदिया, आदमी की बुद्धि बैल के सामने मजबूर हो, मतलब लाचार हो गई है, जो झूठ बोल रहा है सुबह से शाम तक। बैल ब्याह गाय भई बंदिया, और बछरू दुही है तीन दिन संजा। और इनके जो चेले हैं 3 बार कथा कर रहे हैं, सुबह दोपहर शाम, सत्संग के नाम पर हर तरह का झूठ बोल रहे हैं, हर तरह झूठ को सच बनाने की कोशिश करते हैं। लास्ट में कहा है कि नितुट सिंह सियार से जूझ है, ये शेर रोज सियार से लड़ रहा है। और कबीर नितुट सिंह सियार से जूझ है, कबीरा ये पदजन बिरला बूझे। तो फिर भी समझ में नहीं आ रहा कि शेर जो है रोज लड़ रहा है, लेकिन फिर भी वो गिद्दड़ खत्म नहीं होता है। सियार को खत्म नहीं कर पा रहा। ये गिद्दड़ रोज पैदा हो जाते हैं ना, पंजाबी च सियार को गिद्दड़ कहते हैं ना। नहीं, इसको थोड़ा अर्थ ऐसा होता है कि इस बात को जो सिर्फ बिरला आदमी समझ सकता है। बिरला मतलब इस जो बता रहे हैं इस चीज को, वो करोड़ों में एक आधा कहते हैं वो समझ सकता है इस चीज को, ना कि मतलब कि वो उसको समझ नहीं, जो लड़ रहा वाला उसको समझता है, पहले वो आज तभी लड़ रहा ना उसको। तो मैं भी एक बात कहना चाहता हूँ, जो स्वर्ग नरक की बात जो छेड़ते हैं ब्राह्मण, ये सारी जिंदगी तो नरक में जीते हैं, लोगों का मांग कर खाते हैं, भीख मांग कर खाते हैं। तो ये नरक और स्वर्ग की क्या बात करते हैं? वो किसको स्वर्ग में लेकर जाएंगे? अपने को आपको सुधारे, पहले रोटी खान पर सिर्फ 2 रोटी के एक चक्कर में इनको रोटी बैठे बैठा मिल जाए खाने को, सिर्फ इनको नाम मिल जाए, इसके कारण ये पूरी जिंदगी खराब कर देते हैं लोगों को बेवकूफ बनाने में। और धोखा किसको दे रहे हैं? सबसे ज्यादा धोखा ये अपने आप को दे रहे हैं, अपनी जिंदगी को दे रहे हैं। क्योंकि जो धोखा देने वाला इंसान दूसरे को तो 1 बार देता है, 2 बार देता है, 3 बार देता है, लेकिन अपने आप को बार बार देना पड़ता है। उसको पता होता है मैं झूठ बोल रहा हूँ, तो झूठ उसको सबसे ज्यादा उसी को परेशान करता है। तो इनसे जितने भी सुनेंगे इसको, वो ब्राह्मणों से सावधान है, बायकाट भी कर सकते हैं आप सभी का। अगर इससे बचना तो गुरु गोविंद सिंह जी सीधी बात करते हैं कि जब लगे खालसा रहे न्यारा, तब लग तेज दियो में सारा, जब ये गए विपरण की रीत मैं तो गुरु साहब सिखों को भी कह रहे हैं इसका, मतलब अगर ये जो भी चीज अपनाएंगे, जो भी मतलब चाहे हिंदू मुस्लिम कोई भी है, वो सभी के सभी ब्राह्मणवाद से बच सकते हैं। तो मैं इतना कहना चाहता हूँ जी। ਸੰਤ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਗੱਲ ਆ ਗਈ ਕਿ ਭਗਤ ਕਬੀਰ ਜੀ ਇੰਨੇ ਸਿਆਣੇ ਸੀ, ਜਿਹੜੇ ਉੱਥੋਂ ਦੇ ਪੰਡਤ ਸੀ ਨਾ, ਉਹਨਾਂ ਨੂੰ ਪਾਗਲ ਗਰਦਾਨ ਕਰ ਦਿੱਤਾ ਸੀ। ਤੇ ਫਿਰ ਭਗਤ ਕਬੀਰ ਜੀ ਦਾ ਇੱਕ ਸ਼ਬਦ ਆਉਂਦਾ, ਬਿਗੜਿਓ ਕਬੀਰਾ राम दुहाई साच भयो अन कते ना जाई। तो कहने का भाव ये है कि
इन लोगों ने पागल साबित कर दिया और लोगों राजे से कहा कि इसको संगलों से बांध के ना गंगा में बहा दो। मगर वो बात आती है ना, पैरोराग में शब्द आता है, गंग गुसैन गैर गंभीर, जंजीर बांध कर खरे कबीर, कि जंजीरों से बांध कर मेरे को खड़ा कर दिया और वो जंजीरें जो है वो खोल दी फिर। और फिर कहते हैं गंगा की लहर मेरी टूटी जंजीर, मृगशाला पर बैठे कबीर। कहते हैं कि प्रभु परमात्मा के विश्वास रूपी मृगशाला जो है वो मेरे नीचे आ गई, मैं डोला नहीं वहां पर। मन ना डिगे तन काहे को डोलाए। यदि मन अपना स्थिर है, क्योंकि ज्ञान है मन के पास, और यदि ज्ञान है जीवन में, तो फिर ये तन काहे को डोलेगा, वो डोल ही नहीं सकता। चरण कमल चित रह से, क्योंकि ध्यान जो प्रभु परमात्मा वो ही बचाने वाला है, डूबने वाला डुबोने वाला। जो कहता था कि जो आदमी ज्यादा सियाना हो जाए ना, दुनिया उसको पागल गर्दान देती है। और बाबा कबीर जी जो थे वो बहुत ही ज्यादा आध्यात्मिक तौर पर सियाने महापुरुष थे, और उनको इन्होंने पागल गर्दान दिया था। आज जय जयकार किसकी हो रही है? भगत कबीर जी की हो रही है। उन पंडितों को कोई पूछता भी नहीं है, उनको तब भी तिरस्कार की भावना का जो है शिकार होना पड़ता था। आज तक भी उनको यही कहा गया कि इन्होंने सच्चे इंसान को तंग किया, और उनको आज भी जो है वो दुरकारे ही जा रहे हैं। आज तक वो दुरकारे जा रहे हैं। क्यों? क्योंकि भगत कबीर जी का उपदेश हमारे साथ है, और उनकी जो वाणी है, उनका जो उपदेश है, जो धारण करता है, वो हमेशा ही जो है जीवन में एक कामयाब जीवन जो है जीता है, जिसके पास ये उपदेश है। मैं यही कह के मैं खिमा का जाच हूँ। और मेरे साथ जितने मेहमान, भाई दिलबाग सिंह जी, यानी धर्म सिंह जी, जनाब बजिंदर सिंह जी, ਤੇ ਡਾਕਟਰ ਕਿਰਪਾਲ ਸਿੰਘ ਜੀ ਸਾਡੇ ਨਾਲ ਜੁੜੇ, ਤੇ ਮੇਘਰਾਜ ਸਿੰਘ ਜੀ ਨੇ ਬਹੁਤ ਵਧੀਆ ਜਿਹੜਾ ਤੁਸੀਂ ਵੀ ਆਪਣੇ ਬਾਰੇ ਭਗਤ ਕਬੀਰ ਜੀ ਬਾਰੇ ਦੱਸਿਆ। ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਮੈਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।